ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਜਿਉ ਬੁਲਾਵ ਹੈ ਤਿਉ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜਿੰਨੇ ਵੀ ਸ਼ਰੀਰ ਜੁੜ ਮਿਲ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ। ਵਡਭਾਗੇ ਹਾਂ ਜੋ ਆਪਾਂ ਸਭਨਾਂ ਨੂੰ ਰਲ ਮਿਲ ਕੇ ਇਸ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਹੋਇਆ ਹੈ। ਆਓ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਬਾਬਾ ਹਰਪ੍ਰੀਤ ਸਿੰਘ ਜੀ ਆਪ ਜੀ ਨੂੰ ਸਿਮਰਨ ਦੇ ਵਿੱਚ ਜੋੜ ਕੇ ਆਪਣਾ ਤੇ ਸਾਡਾ ਸਾਰਿਆਂ ਦਾ ਜੀਵਨ ਸਫਲ ਕਰ ਰਹੇ ਸੀ। ਬੇਨਤੀ ਕਰਾਂਗਾ ਕਿ ਜਿੰਨਾ ਸਮਾਂ ਆਪਣੇ ਕੋਲ ਬਚਿਆ ਹੈ ਬਾਬਾ ਜੀ ਦੇ ਕੋਲ ਬਹਿ ਕੇ ਬਾਬਾ ਜੀ ਦੇ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਆਪਾਂ ਨੇ ਕੋਸ਼ਿਸ਼ ਕਰਨੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਆਪਾਂ ਜਿੱਥੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤ ਬੈਠੀ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਗੁਰੂ ਨਾਨਕ ਬਾਬਾ ਜੀ ਨੂੰ ਯਾਦ ਆਪਾਂ ਸਾਰਿਆਂ ਨੇ ਕੀਤਾ। ਆਓ ਰਲ ਮਿਲ ਕੇ ਕਰਦੇ ਕੀਆਂ ਬਾਤਾਂ ਪਾਉਣ ਦਾ ਯਤਨ ਕਰੀਏ। ਗੁਰਮਤਿ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਬਖਸ਼ਿਓ ਅਸੀਸ। ਅਦਬ ਸਤਿਕਾਰ ਦੇ ਨਾਲ ਗੁਰੂ ਫਤਿਹ ਸਾਂਝੀ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਬੁਲੰਦ ਆਵਾਜ਼ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਬਾਣੀ ਦਾ ਇੱਕ ਫੈਸਲਾ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਗੁਰੂ ਪਿਆਰਿਓ ਇੱਕ ਗੱਲ ਚੇਤਾ ਰੱਖਿਓ, ਜਦੋਂ ਬੰਦਾ ਆਪਣੇ ਘਰ ਤੋਂ ਤੁਰਦਾ ਹੈ ਨਾ ਕਿਸੇ ਵੀ ਸਥਾਨ ਤੇ ਕਿਸੇ ਵੀ ਜਗ੍ਹਾ ਤੇ ਜਦੋਂ ਬੰਦੇ ਨੇ ਜੀਵ ਨੇ ਜਾਣਾ ਹੁੰਦਾ ਹੈ ਤਾਂ ਉਹ ਆਪਣਾ ਕੋਈ ਨਾ ਕੋਈ ਮਨੋਰਥ ਲੈ ਕੇ ਤੁਰਦਾ ਹੈ। ਆਪਣੀ ਜ਼ਿੰਦਗੀ ਦਾ ਕੋਈ ਨਾ ਕੋਈ ਉਦੇਸ਼ ਲੈ ਕੇ ਅਗਲੇ ਦੇ ਕਦਮਾਂ ਤੇ ਨਕਸ਼ੇ ਹੋਏ ਕਦਮਾਂ ਤੇ ਤੁਰਦਾ ਹੈ।
ਜੇ ਕੋਈ ਸ਼ਹਿਰ ਚੱਲਿਆ ਤੇ ਉਹਦਾ ਕੋਈ ਨਾ ਕੋਈ ਮਨੋਰਥ ਹੈ, ਕੋਈ ਨਾ ਕੋਈ ਉਦੇਸ਼ ਹੈ ਵੀ ਮੈਂ ਸ਼ਹਿਰ ਆਹ ਕੰਮ ਕਰਨ ਚੱਲਾਂ, ਮੈਂ ਆਹ ਕੰਮ ਕਰਕੇ ਹੀ ਵਾਪਸ ਆਵਾਂਗਾ। ਜੇ ਸਟੂਡੈਂਟ ਸਕੂਲ ਦੇ ਵਿੱਚ ਚੱਲਿਆ ਤਾਂ ਉਹ ਆਪਣਾ ਕੋਈ ਮਨੋਰਥ ਲੈ ਕੇ ਚੱਲਿਆ, ਮੈਂ ਸਕੂਲ ਦੇ ਵਿੱਚ ਜਾਵਾਂਗਾ, ਸਟੱਡੀ ਕਰਾਂਗਾ, ਕਿਸੇ ਸੈਂਟਰ ਵਿੱਚ ਚੱਲਿਆ ਤਾਂ ਮੈਂ ਉਦਾਂ ਦਾ ਪੜ੍ਹ ਕੇ ਆਵਾਂਗਾ। ਪਰ ਮਾਫ ਕਰਿਓ, ਜੇਕਰ ਉਹ ਆਪਣੇ ਰਸਤੇ ਤੋਂ ਕਿਤੇ ਭਟਕ ਜਾਏ ਨਾ, ਜੇ ਬੱਚਾ ਸਕੂਲ ਗਿਆ ਤੇ ਸਕੂਲ ਵਿੱਚ ਪੜ੍ਹ ਕੇ ਨਹੀਂ ਆਇਆ ਪਰ ਸਾਲ ਜਾਂਦਾ ਰਿਹਾ, 1 ਸਾਲ ਗਿਆ ਪੜ੍ਹਿਆ ਨਹੀਂ, ਸ਼ਹਿਰ ਗਿਆ, ਸ਼ਹਿਰ ਜਾ ਕੇ ਮਨੋਰਥ ਕੋਈ ਹੈ ਨਹੀਂ, ਸਵੇਰੇ ਗਿਆ ਸ਼ਾਮੀ ਆ ਗਿਆ, ਸ਼ਾਮੀ ਗਿਆ ਸਵੇਰੇ ਆ ਗਿਆ, ਉਹ ਬੰਦਾ, ਉਹ ਜੀਵ ਕਦੇ ਵੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ। ਇਹ ਸੱਚ ਹੈ। ਤੇ ਜਦੋਂ ਅਸੀਂ ਧਰਮ ਦੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਬਚਨਾਂ ਦਾ ਅਧਿਐਨ ਆਪਣੀ ਜ਼ਿੰਦਗੀ 'ਚ ਕਰਕੇ ਵੇਖਦੇ ਆ ਨਾ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਾਰ-ਵਾਰ ਉਹਨਾਂ ਕੌਮ ਨੂੰ ਨਹੀਂ, ਉਹਨਾਂ ਨੇ ਕਾਇਨਾਤ ਨੂੰ, ਉਹਨਾਂ ਨੇ ਇਨਸਾਨੀਅਤ ਨੂੰ ਆਵਾਜ਼ ਮਾਰ ਕੇ ਆਖੀ ਕਿ ਦੁਨੀਆ ਦੇ ਲੋਕੋ, ਜੇ ਤੁਹਾਨੂੰ ਜਨਮ ਮਿਲਿਆ ਤੇ ਤੁਹਾਨੂੰ ਆਪਣਾ ਉਦੇਸ਼ ਹੈ ਜਿਹੜਾ ਉਹ ਪਛਾਣਨਾ ਪਏਗਾ। ਕਿਉਂ ਮਿਲਿਆ, ਮਨੁੱਖਾ ਜੁਨੀ ਕਿਉਂ ਮਿਲੀ, ਕਾਰਨ ਕੀ ਹੈ। ਇਸ ਕਰਕੇ ਧਰਮ ਦੀ ਦੁਨੀਆ ਦੇ ਅੰਦਰ ਸਾਡੇ ਬਾਬੇ ਨੇ ਪਹਿਲੀ ਆਵਾਜ਼, ਮੈਂ ਬੇਨਤੀ ਕਰਾਂਗਾ, ਅੱਜ ਭਾਵੇਂ ਵਿਸ਼ਾ ਕੋਈ ਹੋਰ ਲੈ ਕੇ ਜਾਣਾ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਿੱਖ ਜਗਤ ਜਿੱਥੇ ਵੀ ਨਾਨਕ ਨਾਮ ਲੈਵਾ ਸਿੱਖ ਸੰਗਤ ਬੈਠੀ ਹੈ ਨਾ, ਮਨਾ ਕੇ ਹਟੇ ਆ। ਤੇ ਗੁਰੂ ਨਾਨਕ ਬਾਬਾ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਲਿਓ ਵੀਰੋ ਭੈਣੋ ਭਰਾਵੋ, ਮੈਂ ਗੁਰਪੁਰਬ ਤੇ ਵੀ ਲਗਾਤਾਰ 6-7 ਥਾਵਾਂ ਤੇ ਜਗ੍ਹਾ ਤੇ ਬੇਨਤੀ ਕੀਤੀ ਆ कि जिनके दिवस मनाते हो उनकी बातें भी माना करो। जिन्ना पुरखियां दे दिन दिहाड़े मनाउने आ, जिन्ना पुरखियां नूं असीं याद करने पए आ ना, सतगुरु गुरु ग्रंथ साहब सच्चे पातशाह जी दे मुबारक वचनां दे अंदर मेरे बाबे ने कहा, जिस जल निध कारण तुम जग आए। कहंदे भाई दुनिया के उपर हर एक बंदे का कोई ना कोई जब किते तुरदा ते वो कारज लैके तुरदा है। ते धर्म की दुनिया सानू समझा रही है भी जे तू गुरु नानक की गोद विच बहना है ना, जिस जल निध कारण तुम जग आए, जो दुनिया ते जन्म मिले है ना, ते अमृतमय जीवन बनाना है। अमृतमय जीवन, अमृत जिहड़ा कदी मरदा नहीं, मृत है मर गया, ऐरा लग गया, अगितर, अमृत जिहड़ा अमर हो गया, जिहड़ा कदी मरदा नहीं है। भाव के गुरु नानक बाबा जी सानू ये समझा रहे हैं कि दुनिया के लोगों अपना जीवन इदां दा बनायो, अपना जीवन इदां दा क्रिएट करो। शरीर चला जाए पर शरीर चले जान तो बाद भी दुनिया तुहाडे अगे सिजदा करती रहे। शरीर चला जाए तो मैं बेनती करा छोटी जी, 35 महापुरखों की बाणी गुरु ग्रंथ साहब दे विच है। जो शरीरक तौर पर गल करिए, 15 भगतां दा शरीर साडे दरम्यान नहीं, 11 भट्ट साहबाना की बाणी है, शरीर नहीं रहा, 6 गुरु साहबाना की बाणी है, शरीर नहीं रहा, 3 गुरसिखां की बाणी है, शरीर नहीं रहा। पर जदों अज गुरु ग्रंथ साहब सच्चे पातशाह जी नूं मत्था टेकदे आ, नमस्कार करने आ ना, उदों असीं ये समझ के करने आ भी 35 महापुरखों के वचन ने, 35 महापुरख साडे सामने बैठे आ। भाव के शरीर चला गया ते ओही गुरु नानक साहब सच्चे पातशाह अगलियां बेनतियां मैं करांगा नितनेम दीयां बाणियां विचों। नितनेम साडी नित दी बाणी है। मैं परसों 2 दिन साहब पटियाले बेनती की है कि जदों नितनेम पढ़ने आ, जदों नितनेम करने आ, धन गुरु नानक देव सच्चे पातशाह सानू नित चेता करांदे आ कि दुनिया दे लोगो ऐ गुरसिखो चेता रखियो, शरीरक तौर ते तो सबना नूं जाना पएगा। मौत हर एक दे घर विच आउंदी है। इवन के गुरु नानक साहब कहते मेरे घर दे विच भी मौत आई है, और सफर इहदा उस दिन तो शुरू हो जाता है जिस दिन बच्चा मां दे पेट तो जन्म लैके पहली कलकारी इस रूहे जमीन के उपर मारदा है, ते सफर उस दिन मुक जाता है जिस दिन आखिरी पड़ाव जिन्हों आपां पढ़ने आ कि देखो बंदा चलिया 4 जणियां दा कंन, पर असल जिंदगी ते आउण दा मनोरथ कारज की करना सी। अगलियां पंक्तियां विच बाबे ने वचन कीता जी, मेरे मालिक जी कहंदे फरीदा अमृत जे कीते दुनिया विच से दरगाह आए काम। दुनिया ते कमाया की है, दुनिया ते खटिया की है, जिंदगी जिउण दा नजरिया किवें दा सी, जिंदगी जिउण दा ढंग किवें दा सी। ਜਿਹੜੇ ਗੁਰੂ ਨਾਨਕ ਬਾਬਾ ਜੀ ਨੂੰ ਅਸੀਂ ਕੁੱਲ ਕਾਇਨਾਤ ਯਾਦ ਕਰਕੇ ਹਟੇ ਆ ਨਾ,
उस बाबा जी की जी जेकर देन आपां वेखीए सब तो वड्डी देन ही है वे गुरु नानक बाबा जी 38,000 मील का पैंडा तय करते हैं। मील किलोमीटर तो वड्डा हुंदा है। जे किलोमीटर वेखीए बाबे ने 4 उदासियां दे विच तकरीबन 50,000 किलोमीटर का पैंडा तय किया। पर बाबे की सब तो वड्डी देन ही साडी कौम नूं इह वे कि गुरु नानक साहब जिन्ना समां तुरते रहे उन्होंने विचार की है। उन्होंने जिंदगी च किते भी तकरार नहीं है। सब तो वड्डी देन है उन्होंने। अज असीं पग्गां वाले आपस में रल के बैठण नूं तैयार नहीं हाँ। असीं जिन्ने असीं बैठे हाँ साडी एक दूजे नाल बन नहीं कई बार आउंदी। असीं श्री अकाल तख्त साहिब के झंडे के हेठ इकट्ठे होण नूं तैयार नहीं हाँ। गुरु नानक बाबा जी की सब तो वड्डी लॉजिकली उन्होंने देन रही है कि जिन्ना समा वो इस रूहे जमीन के उपर विचरते हैं। भावें पहली बेनती कि वो कहते हैं कि मौत आएगी हर एक के घर में आएगी, ये तो कोई भी नहीं बचिया, मौत हर एक नूं खा देगी। पर शरीर करके चले गए, मन करके अज भी गुरु नानक साहब किते भी नहीं गए। जदों जपजी साहब नूं पढ़ने आ धन गुरु नानक देव सच्चे पातशाह जी नाल साडीआं गल्लां बातां हो रहीआं ने। 38 पौड़ियां, एक एक शब्द गुरु नानक है, एक एक अंग गुरु नानक है। गुरु नानक अज भी किते नहीं गए। मैं बेनती करा 1430 अंगां दे विचों गुरु नानक बोलदे आ जी। गुरु ग्रंथ साहब सच्चे पातशाह जी दा एक एक शब्द गुरु नानक अज जोड़िया सानू फोटोआं दे नाल। जेकर फोटो गुरु नानक जी दी होवे ना, गुरु नानक ते इदां दा सी। किसी ने कहा गुरु नानक दी फोटो बनायो, एक मੱਝੀਆਂ चारन जांदे दी, खेतां नूं पानी लांदे दी, सोटी वाला हथ तां चुक के मस्ती विच बाणी गांदे दी। बाबे ने मੱਝੀਆਂ चारियां, मੱਝੀਆਂ चारदा विखाओ बाबे नूं जी। जे गुरु नानक नूं वेखना है, गुरु नानक एक एक शब्द नानक है, रोम रोम करके एक एक वचन नानक है। पर जेकर फिर भी तस्वीर बने ना तो किसी कवि ने कहा कि प्यार पेगा तेरा उस तस्वीर दे नाल, वो तस्वीर दे नाल अंदरों प्रेम पेगा। बाबा मੱਝੀਆਂ चारदा विखाया कदी। करतारपुर की धरती ते बाबे ने मੱਝਾਂ चारियां। जिहड़ा बाबा सारी जिंदगी मੱਝਾਂ चारदा रहा ते नाल नाल विचार नूं तरजीह दित्ती है। किते भी उन्होंने जिंदगी के अंदर विवाद नहीं है, तकरार नहीं है। गुरु नानक बाबा जी सारी जिंदगी इस रूहे जमीन के उपर संवाद रचाउंदे है। किते भी उन्होंने जिंदगी च विवाद नहीं, विचार करते हैं। हैरानी की गल है, तुसीं हैरान होवोगे, पढ़े लिखे वीर भैणा बैठे हो। गुरु नानक बाबा जी की पॉजिटिव थिंकिंग, बाबा जी उन्होंने लोगों के नाल विचार करते हैं जिन्हां लोगों के नाल बिल्कुल ही विचारधारा एकता नहीं है। उन्हां लोगों के नाल हैरानी की गल है, उन्हां समयां च विचार कीती जिन्हां समयां दे विच कोई एक दूजे दे परछावें लंघण नूं तैयार नहीं है। एक दूजे दे कोल बैठना ते बड़ी दूर की बात है जी। शुरुआत उस दिन तो हुंदी है विचार की जदों बाबा जी नूं 8-9 वरियां की उम्र दे विच जनेऊ पाउण की रस्म अदा की जाती है। जदों बाबे नूं जनेऊ पाया जाता है, किते भी टकरार नहीं, किते भी विवाद नहीं कि मैं जनेऊ नहीं पवाउणा। और ये जिहड़ा दिन है जनेऊ पाउण वाला, ये एक दम नहीं रखा गया। एक पांदे वालों दिन मुहूर्त घड़ियां लगना सब कुछ वेख के पांदे ने ये दिन तैयार किया। ते गुरु नानक बाबा जी पूछदे कहंदे की हो रहा है, घर दे विच की कीता जा रहा है। नानक जी तुहानूं जनेऊ पाया जाना है। देखो विचारां दी लड़ी किवें तोड़दा बाबा साडा। नानक जी तुहानूं जनेऊ पाया जाना है, किते भी विरोध नहीं कि मैं जनेऊ नहीं पवाउणा। बाबा जी सब कुछ वेंदे रहे। रिश्तेदार आंढी गुआंढी आ रहे हैं, पकवान पक रहे हैं। गुरु नानक बाबा जी वो सारा कुछ वेंदे है। आखिर वो समा आ गया जेड़े समय के उपर बाबे नूं जनेऊ पाया जाना है। भैन नानकी ने अपने भरा नूं तैयार किया, इशनान करवा के सोहणे वस्त्र पवा के गुरु नानक बाबा जी नूं पांदा जी के सामने बिठा लिया जाता है। पांदे ने क्योंकि मेन प्राइम टाइम है ना जी, सारियां दी नजरां ने जिहड़ियां वो गुरु नानक बाबा जी ते टिकियां होईयां ने। वो समा आ गया, पांदे ने 7 गंढां दे के जनेऊ तैयार किया ते गुरु नानक बाबा जी कहंदे नानक जी अपना गला अगे करो। देखो देन की है बाबे दी। बाबा जी ने सवाल किया, तकरार नहीं, विरोध नहीं। बाबा जी ने सवाल किया, पांदा जी मैं अपना गला क्यों अगे करा।
हैरानी की गल सी, एक 8-9 वरियां के बच्चे ने, किसी ने पांदे नूं सवाल नहीं सी कीता अज तक, पर पहली बार हाहाकार मच गई, तरथल्ली मच गई है। 8-9 वरियां के बालक ने सवाल कर दिता। अज तक किसी ने पांदे नूं पुछया ही नहीं। आखिर सवाल करांगे तां ही ते ज्ञान आएगा ना जी। जिन्ना समा सवाल बच्चे के माइंड में, जिन्ना समा की क्यों ते किवें 3 शब्द नहीं पैदा होंदे, उन्होंने ज्ञान नहीं होंदा। हुण 3 सवाल पांदा जी, मैं अपना गला क्यों अगे करा, सवाल सी बहुत बड़ा। ते गुरु नानक जी जो सवाल करते हैं ना, पांदा जी एकदम वेंदे है गुरु नानक जी। आख्या नानक जी, जदों तुसीं जनेऊ पा लोगे ना, ਤਾਂ ਤੁਹਾਨੂੰ ਧਰਮ ਦੇ ਵਿੱਚ ਦਾਖਲਾ ਮਿਲ ਜਾਏਗਾ। ਹੁਣ ਜਿੰਨੇ ਆਪਾਂ ਬੈਠੇ ਆ, ਕੌਣ ਨਹੀਂ ਚਾਹੁੰਦਾ ਸੀ ਧਰਮੇ ਬਣਨਾ? ਸਾਰੇ ਚਾਹੁੰਦੇ ਆਪਾਂ ਵੀ ਸਾਰੇ ਧਰਮੇ ਬਣ ਜਾਈਏ ਆਪਾਂ। ਗੁਰੂ ਨਾਨਕ ਬਾਬਾ ਜੀ ਫਿਰ ਵੀ ਕਿਤੇ ਵਿਰੋਧ ਨਹੀਂ ਕਰਦੇ। ਬਾਬਾ ਜੀ ਕਹਿੰਦੇ ਵੀ ਇਹ ਤੇ ਬੜੀ ਸੋਹਣੀ ਗੱਲ ਹੈ ਵੀ ਜੇ ਇੱਕ ਧਾਗਾ ਪਾਉਣ ਦੇ ਨਾਲ ਮੈਨੂੰ ਧਰਮ ਦੇ ਵਿੱਚ ਦਾਖਲਾ ਮਿਲ ਜਾਏਗਾ। ਅਸੀਂ ਸਾਰੇ ਚਾਹੁੰਦੇ ਆ ਵੀ ਧਰਮੀ ਬਣ ਜਾਈਏ, ਸਾਰਿਆਂ ਨੂੰ ਧਰਮ ਦੇ ਵਿੱਚ ਦਾਖਲਾ ਮਿਲ ਜਾਏ। ਤੇ ਗੁਰੂ ਨਾਨਕ ਬਾਬਾ ਜੀ ਅਗਲਾ ਵਚਨ ਕਰਦੇ ਆ, ਕਹਿੰਦੇ ਪਾਂਦਾ ਜੀ, ਘਰ ਦੇ ਵਿੱਚ ਬਹੁਤ ਵੱਡਾ ਸਮਾਗਮ ਉਲੀਕਿਆ ਗਿਆ, ਮੈਂ ਪਿੰਡ ਵਿੱਚ ਜਾਣਾ, ਮੈਂ ਸਾਰਿਆਂ ਨੂੰ ਮੌਕਾ ਦੇ ਕੇ ਆਉਣਾ ਕਿ ਆਓ ਸਾਡੇ ਘਰ ਦੇ ਵਿੱਚ ਅੱਜ ਪਾਂਦਾ ਜੀ ਧਰਮੀ ਬਣਾ ਲਏ ਆ। ਹਰ ਇੱਕ ਨੂੰ ਧਰਮੀ ਬਣਾਇਆ ਜਾਣਾ, ਧਰਮ ਦੇ ਵਿੱਚ ਦਾਖਲਾ ਲੈ ਲਓ। ਤੇ ਪਾਂਦਾ ਜੀ ਫਿਰ ਹੱਸ ਪੈਂਦੇ ਆ, ਨਾਨਕ ਜੀ ਜਿਹੜਾ ਇਹ ਜਨੇਊ ਹੈ ਨਾ, ਇਹ ਹਰ ਇੱਕ ਦੇ ਨਹੀਂ ਪਾਇਆ ਜਾ ਸਕਦਾ। ਇਹ ਜਨੇਊ ਖਾਸ ਬਰਾਦਰੀਆਂ ਦੇ ਵਿੱਚ, ਖਾਸ ਘਰਾਣਿਆਂ ਦੇ ਵਿੱਚ ਜਨਮ ਲੈਣ ਵਾਲਿਆਂ ਦੇ ਹੀ ਪਾਇਆ ਜਾ ਸਕਦਾ ਹੈ। ਗੁਰੂ ਨਾਨਕ ਬਾਬਾ ਜੀ ਫਿਰ ਕਹਿੰਦੇ ਵੀ ਚਲੋ ਇਦਾਂ ਕਰਦੇ ਆ, ਮੇਰਾ ਘਰਾਣਾ ਇੱਕ, ਮੇਰੀ ਭੈਣ ਨਾਨਕੀ ਮੇਰੇ ਤੋਂ 5 ਸਾਲ ਵੱਡੀ ਹੈ, ਉਹਦਾ ਘਰਾਣਾ ਇੱਕ, ਅਸੀਂ ਇੱਕੋ ਮਾਂ ਦੇ ਪੇਟ ਤੋਂ ਜੰਮੇ ਜਾਏ ਭੈਣ ਭਰਾ, ਤੁਸੀਂ ਪਹਿਲਾਂ ਮੇਰੀ ਭੈਣ ਨੂੰ ਧਰਮੀ ਬਣਾ ਦਿਓ, ਪਹਿਲਾਂ ਮੇਰੀ ਭੈਣ ਧਰਮੀ ਬਣ ਜੇ। ਭਾਵ ਕਿ ਪਾਂਦੇ ਦਾ ਧਰਮ ਇਹ ਕਹਿੰਦਾ ਵੀ ਜੇਕਰ ਤੁਸੀਂ ਧਰਮੀ ਬਣਨਾ, ਜੇਕਰ ਤੁਸੀਂ ਧਰਮ ਦੇ ਵਿੱਚ ਦਾਖਲਾ ਲੈਣਾ, ਤਾਂ ਪਹਿਲਾਂ ਤੁਹਾਨੂੰ ਕਿਸੇ ਖਾਸ ਬਰਾਦਰੀ ਦੇ ਵਿੱਚ ਜਨਮ ਲੈਣਾ ਪਏਗਾ, ਪਹਿਲਾਂ ਤੁਹਾਨੂੰ ਕਿਸੇ ਖਾਸ ਘਰਾਣੇ ਦੇ ਵਿੱਚ ਜਨਮ ਲੈਣਾ ਪਏਗਾ। ਬਾਬਾ ਜੀ ਕਹਿੰਦੇ ਵੀ ਬੜੀ ਸੋਹਣੀ ਗੱਲ ਹੈ, ਮੇਰੀ ਭੈਣ ਨੂੰ ਧਰਮੀ ਬਣਾ ਦਿਓ। ਪਾਂਦਾ ਜੀ ਫਿਰ ਹੱਸਦੇ ਆ, ਨਾਨਕ ਜੀ ਤੁਸੀਂ ਬਹੁਤ ਭੋਲੇ ਹੋ। ਆਖਿਆ ਵੀ ਹੁਣ ਕੀ ਹੋਇਆ? ਆਖਿਆ ਨਾਨਕ ਜੀ ਜਿਹੜਾ ਇਹ ਜਨੇਊ ਹੈ ਨਾ, ਇਹ ਕੇਵਲ ਤੇ ਕੇਵਲ ਮਰਦ ਪਾ ਸਕਦਾ ਹੈ, ਇਹ ਔਰਤ ਨਹੀਂ ਪਾ ਸਕਦੀ। ਮੈਂ ਆਪਣੇ ਕੋਲੋਂ ਗੱਲ ਕਰਾਂ ਤੇ ਜਵਾਬ ਦੇਵਾਂਗਾ। ਮਨੂ ਸਿਮਰਤੀਆਂ ਇਸ ਗੱਲ ਦਾ ਹਵਾਲਾ ਭਰਦੀਆਂ ਨੇ, ਅੰਕ ਨੰਬਰ 363 ਦੇ ਉੱਪਰ ਲਿਖਿਆ ਜਨੇਊ ਕੇਵਲ ਤੇ ਕੇਵਲ ਮਰਦ ਪਾ ਸਕਦਾ ਹੈ, ਔਰਤ ਨਹੀਂ ਪਾ ਸਕਦੀ। ਔਰ ਇੱਥੇ ਹੀ ਬਸ ਨਹੀਂ ਹੈ, ਬ੍ਰਾਹਮਣ ਸੂਤ ਦਾ ਜਨੇਊ ਪਾਏਗਾ, ਖੱਤਰੀ ਉਹਨਾਂ ਦਾ ਜਨੇਊ ਪਾਏਗਾ, ਵੈਸ਼ ਸਣ ਦਾ ਜਨੇਊ ਪਾਏਗਾ, ਪਰ ਸ਼ੂਦਰ ਨਹੀਂ ਪਾਏਗਾ, ਕਿਉਂਕਿ 4 ਭਾਗਾਂ ਦੇ ਵਿੱਚ ਸਮਾਜ ਨੂੰ ਵੰਡਿਆ ਹੋਇਆ ਹੈ। ਨਿਖੇਧਾ ਸਭ ਤੋਂ। ਬ੍ਰਾਹਮਣ ਬਸੰਤ ਰੁੱਤ ਵਿੱਚ ਜਨੇਊ ਪਾਏਗਾ, ਖੱਤਰੀ ਸਰਦ ਰੁੱਤ ਵਿੱਚ ਜਨੇਊ ਪਾਏਗਾ, ਵੈਸ਼ ਪਤਝੜ ਵਿੱਚ ਪਾਏਗਾ, ਪਰ ਸ਼ੂਦਰ ਨਹੀਂ ਪਾਏਗਾ। ਔਰ ਇੱਥੇ ਬਸ ਨਹੀਂ ਹੈ ਸਾਧ ਸੰਗਤ, ਬ੍ਰਾਹਮਣ 6 ਤੋਂ 8 ਸਾਲ ਦੀ ਉਮਰ ਵਿੱਚ ਜਨੇਊ ਪਾਏਗਾ, ਖੱਤਰੀ 8 ਤੋਂ 9 ਵਰਿਆਂ ਦੀ ਉਮਰ ਵਿੱਚ ਜਨੇਊ ਪਾਏਗਾ, ਵੈਸ਼ 9 ਤੋਂ 13 ਸਾਲ ਦੀ ਉਮਰ ਵਿੱਚ ਪਾਏਗਾ, ਪਰ ਸ਼ੂਦਰ ਨਹੀਂ ਪਾਏਗਾ। ਇੰਨੇ ਵਿਤਕਰੇ ਜਦੋਂ ਗੁਰੂ ਨਾਨਕ ਬਾਬਾ ਜੀ ਦੱਸਦੇ ਆ ਨਾ, ਪੰਡਤ ਦੱਸਦਾ ਕਿ ਇਦਾਂ ਕਰਨਾ ਪਏਗਾ, ਆ ਨਹੀਂ ਹੋਏਗਾ, ਮਰਦ ਪਾ ਸਕਦਾ, ਔਰਤ ਨਹੀਂ ਪਾ ਸਕਦੀ, ਹਰ ਇੱਕ ਲਈ ਵੱਖਰਾ ਵੱਖਰਾ ਜਨੇਊ। ਪਾਂਦਾ ਜੀ ਵਾਹ ਜੀ ਵਾਹ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਧਰਮ ਦੇ ਵਿੱਚ ਇੰਨੇ ਵਿਤਕਰੇ ਕੀਤੇ ਜਾਂਦੇ ਆ, ਜਾਤ ਪਾਤ ਦਾ ਵਿਤਕਰਾ, ਰੰਗ ਰੂਪ ਦਾ ਵਿਤਕਰਾ, ਔਰਤ ਮਰਦ ਦਾ ਵਿਤਕਰਾ, ਮੈਨੂੰ ਐਸੇ ਧਰਮ ਦੀ ਲੋੜ ਨਹੀਂ ਹੈ। ਪਾਂਦਾ ਜੀ ਮੈਂ ਤੇ ਇੱਕ ਐਸੇ ਧਰਮ ਦੀ ਭਾਲ ਵਿੱਚ ਹਾਂ ਜਿਸ ਧਰਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਾ ਕੀਤਾ ਜਾਂਦਾ ਹੋਵੇ, ਜਿੱਥੇ ਔਰਤ ਤੇ ਮਰਦ ਦਾ ਕੋਈ ਵਿਤਕਰਾ ਨਾ ਹੋਵੇ, ਜਿੱਥੇ ਇਹ ਆਵਾਜ਼ ਮਾਰੀ ਜਾਂਦੀ ਹੋਵੇ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਜਿੱਥੇ ਕੁੱਲ ਕਾਇਨਾਤ ਨੂੰ ਇੱਕ ਕਲਾਵੇ ਵਿੱਚ ਲਿਆ ਜਾਂਦਾ ਹੋਵੇ। ਤੇ ਭਾਈ ਗੁਰਦਾਸ ਜੀ ਕਹਿੰਦੇ ਪਰ ਐਸਾ ਧਰਮ ਕਿਤੇ ਵੀ ਨਹੀਂ ਮਿਲਿਆ। ਕੀ ਕਰੇਗਾ ਤਾਗਾ?
ਇਹ ਧਾਗਾ ਇਹ ਮੇਰੀ ਰੱਖਿਆ ਨਹੀਂ ਕਰ ਸਕਦਾ। ਧਾਗ ਨਾ ਇੰਦਰੀ ਧਾਗ ਨਾ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਧਾਗ ਨਾ ਪੈਣੀ ਧਾਗ ਨਾ ਹੱਥੀ, ਧਾਗ ਨਾ ਜੀਵਾ ਧਾਗ ਨਾ ਅੱਖੀ। ਵੇ ਧੱਗਾ ਆਪੇ ਵੱਤੈ ਵੱਟ ਧਾਗੇ ਅਵਰਾ ਕਰਦਾ। ਮੈਨੂੰ ਐਸੇ ਧਰਮ ਦੀ ਲੋੜ ਨਹੀਂ, ਮੈਨੂੰ ਐਸੇ ਜਨੇਊ ਦੀ ਲੋੜ ਹੈ ਜਿਹਦੇ ਵਿੱਚ ਗੁਣ ਸ਼ੋਭ ਹੋਣ, ਜਿਹਦੇ ਵਿੱਚ ਦਇਆ ਹੋਵੇ। ਹੁਣ ਦਇਆ ਸਾਰਿਆਂ 'ਚ ਚਾਹੀਦੀ ਹੈ ਜੀ, ਹਿੰਦੂ 'ਚ ਵੀ ਚਾਹੀਦੀ ਹੈ, ਮੁਸਲਮਾਨ 'ਚ ਵੀ ਚਾਹੀਦੀ ਹੈ, ਈਸਾਈ 'ਚ ਤੇ ਸਿੱਖ 'ਚ ਵੀ ਚਾਹੀਦੀ ਹੈ। ਜਿਹਦੇ ਵਿੱਚ ਸਬਰ ਸੰਤੋਖ ਹੋਵੇ। ਹੁਣ ਸਬਰ ਸਭਨਾਂ ਦੇ ਕੋਲ ਚਾਹੀਦਾ, ਜਿਹਦੇ ਕੋਲ ਉੱਚਾ ਸੁੱਚਾ ਆਚਰਣ ਹੋਵੇ, ਕਰੈਕਟਰ ਉੱਚਾ ਹੋਵੇ, ਉਹ ਸਭਨਾਂ 'ਚ ਚਾਹੀਦਾ ਜੀ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਦਾਂ ਦਾ ਮੈਨੂੰ ਇੱਕ ਜਨੇਊ ਤਿਆਰ ਕਰਕੇ ਦੇ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਨਾ ਇਹ ਟੁੱਟੈ ਨਾ ਮਲ ਲੱਗੈ ਪਾਂਦਾ। ਜੀ ਜਿਹੜਾ ਜਨੇਊ ਤੁਸੀਂ ਨੇ ਤਿਆਰ ਕੀਤਾ ਨਾ, ਇਹ ਤੇ ਟੁੱਟ ਜਾਏਗਾ, ਇਹਨੂੰ ਮੈਲ ਲੱਗ ਜਾਏਗੀ, ਇਹ ਖਤਮ ਹੋ ਜਾਏਗਾ। ਪਰ ਜਿਹੜਾ ਜਨੇਊ ਮੈਂ ਚਾਹੁੰਦਾ ਨਾ, ਇਹ ਜਨੇਊ ਕਦੀ ਟੁੱਟਦਾ ਨਹੀਂ ਹੈ, ਇਹਨੂੰ ਕਦੀ ਮੈਲ ਨਹੀਂ ਲੱਗਦੀ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਧੰਨ ਸੋ ਮਾਨਸ ਨਾਨਕਾ ਜੋ ਕਰ ਚੱਲੇ ਪਾਏ। ਇਦਾਂ ਦਾ ਜਨੇਊ ਤਿਆਰ ਕਰਕੇ ਦਿਓ। ਤੇ ਗੁਰੂ ਬਾਬਾ ਜੀ ਦਾ ਇਹ ਮਨੋਰਥ ਰਿਹਾ ਸਾਰੀ ਜ਼ਿੰਦਗੀ ਦੇ ਵਿੱਚ। ਗੁਰੂ ਬਾਬਾ ਜੀ ਨੇ ਸਾਡੀ ਦੇਣ ਕੀ ਹੈ ਗੁਰੂ ਨਾਨਕ ਸਾਹਿਬ ਦੀ। ਸੱਚੇ ਪਾਤਸ਼ਾਹ ਕਹਿੰਦੇ ਭਾਈ ਆਪਣਾ ਜੀਵਨ ਅੰਮ੍ਰਿਤਮਈ ਬਣਾ, ਆਪਣੇ ਜੀਵਨ ਵਿੱਚ ਅੰਮ੍ਰਿਤ ਵਰਗੇ ਮਿੱਠੇ ਮਿੱਠੇ ਬੋਲ ਲੈ ਕੇ ਆ। ਜੀਵਨ ਦੇ ਅੰਦਰ ਕਰੈਕਟਰ ਉੱਚਾ ਸੁੱਚਾ ਆਦਰਨ। ਇਹ ਗੁਰੂ ਨਾਨਕ ਬਾਬਾ ਜੀ ਦਾ ਤਰੀਕਾ ਸੀ ਸਮਝਾਉਣ ਦਾ। ਹੁਣ ਜੇ ਬਾਬਾ ਕੱਲੇ ਕੱਲੇ ਨੂੰ ਸਮਝਾਉਂਦਾ, ਕੱਲੇ ਕੱਲੇ ਦੇ ਕੋਲ ਜਾ ਕੇ ਬਹਿੰਦਾ, ਕਿਹਦੇ ਕਿਹਦੇ ਨਾਲ ਲੜਦਾ ਜੀ ਬਾਬਾ, ਕਿਹਨੂੰ ਕਿਹਨੂੰ ਆਪ ਕਹਿੰਦਾ ਜਾ ਕੇ। ਬਾਬੇ ਨੇ ਮੇਰੇ ਹਜ਼ੂਰ ਨੇ ਕੁਝ ਕੌਤਕੀ ਇਦਾਂ ਦੇ ਰਚਾਉਣੇ, ਕੁਝ ਕਾਰਜ ਬਾਬਾ ਜੀ ਨੇ ਇਦਾਂ ਦੇ ਕਰਨੇ ਕਿ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲੈਣਾ। ਕੁਝ ਕਰਨਾ ਹੀ ਇਦਾਂ ਦਾ ਬਾਬਾ ਜੀ ਨੇ। ਸਨਮਾਨਯੋਗ ਬਾਬਾ ਹਰਪ੍ਰੀਤ ਸਿੰਘ ਜੀ ਬੈਠੇ ਆ। ਇਤਿਹਾਸ ਮੇਰੇ ਤੋਂ ਵਧੇਰੇ ਬਾਬਾ ਜੀ ਉਹਨਾਂ ਨੂੰ ਪਤਾ ਹੈ। ਗੁਰੂ ਨਾਨਕ ਬਾਬਾ ਜੀ ਹਰਿਦੁਆਰ ਦੀ ਧਰਤੀ ਤੇ ਜਾਂਦੇ ਆ, ਕੁਝ ਇਦਾਂ ਦਾ ਕਾਰਜ ਕ੍ਰੀਏਟ ਕਰਦੇ ਆ, ਕੁਝ ਇਦਾਂ ਦੇ ਕਾਰਜ ਕਰਨੇ, ਸਾਰਿਆਂ ਦਾ ਧਿਆਨ ਹੀ ਆਪਣੇ ਵੱਲ ਖਿੱਚ ਲੈਣਾ। ਤੇ ਜਦੋਂ ਆਲੇ ਦੁਆਲੇ ਇਕੱਠ ਹੋ ਜਾਣਾ, ਫਿਰ ਵੀ ਹੁਣ ਤਰੀਕਾ ਹੈ ਸਮਝਾਉਣ ਦਾ। ਹੁਣ ਸਾਰਿਆਂ ਨੂੰ ਇੱਕ ਵਾਰੀ 'ਚ ਹੀ ਆਵਾਜ਼ ਮਾਰੀ ਜਾਏਗੀ। ਤੇ ਆਪ ਫਿਰ ਲੋਕਾਂ ਨੂੰ ਜਦੋਂ ਜਵਾਬ ਨਹੀਂ ਸੀ ਨਾ ਆਉਂਦਾ ਗੁਰੂ ਨਾਨਕ ਸਾਹਿਬ ਦਾ, ਤੇ ਕਹਿਣਾ ਪੈਂਦਾ ਸੀ ਧੰਨ ਨਾਨਕ ਤੇਰੀ ਵੱਡੀ ਕਮਾਈ। ਪੜੋ ਜੀ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਕਹਿਣਾ ਪੈਂਦਾ ਸੀ। ਗੁਰੂ ਨਾਨਕ ਬਾਬਾ ਜੀ ਧਿਆਨ ਖਿੱਚਦੇ ਸੀ ਆਪਣੇ ਵੱਲ। ਹਰਿਦੁਆਰ ਦੀ ਧਰਤੀ ਤੇ ਬਾਬਾ ਗਿਆ, ਬਾਬੇ ਨੇ 4 ਉਦਾਸੀਆਂ ਕੀਤੀਆਂ। ਮੈਂ ਬੇਨਤੀ ਕਰਦਾ ਸੀ ਵੀ ਤਸਵੀਰ ਇਦਾਂ ਦੀ ਬਾਬੇ ਦੀ ਬਣੇ ਜੀ। ਤਸਵੀਰਾਂ ਨਾਲ ਤੇ ਜੁੜ ਗਏ ਹਾਂ ਅਸੀਂ, ਕੋਈ ਸ਼ੱਕ ਨਹੀਂ, ਪਰ ਤਸਵੀਰ ਹੋਵੇ ਇੱਕ ਮੱਝੀਆਂ ਚਾਰਨ ਜਾਂਦੇ ਨਹੀਂ। ਮੈਂ ਬਾਬਾ ਜੀ ਨਾਲ ਪਹਿਲਾਂ ਬੇਨਤੀ ਕਰ ਰਿਹਾ ਸੀ, ਅਸੀਂ ਆਉਣ ਵਾਲੇ ਸਮੇਂ 'ਚ ਬਣਾਉਣ ਲੱਗੇ ਉਦਾਂ ਦੀ ਤਸਵੀਰ। ਬਾਬੇ ਨੂੰ ਵਿਖਾਓ। ਬਾਬੇ ਨੇ 4 ਉਦਾਸੀਆਂ ਕੀਤੀਆਂ, ਉਹ ਨਕਸ਼ਾ ਲੱਗਿਆ ਹੋਵੇ ਸਾਡੇ ਸਾਹਮਣੇ, ਮੈਪ ਹੋਵੇ। ਫਿਰ ਬਾਬਾ ਗਿਆ ਬਗਦਾਦ ਨੂੰ, ਇੱਕ ਮੱਝੀਆਂ ਚਾਰਨ ਜਾਂਦੇ ਨਹੀਂ, ਖੇਤਾਂ ਨੂੰ ਪਾਣੀ ਲਾਉਂਦੇ ਨਹੀਂ, ਸੋਟੀ ਵਾਲਾ ਹੱਥ ਤਾਂ ਚੁੱਕ ਕੇ ਮਸਤੀ ਵਿੱਚ ਬਾਣੀ ਗਾਉਂਦੇ ਨਹੀਂ, ਕਿਸੇ ਆੜ ਦੇ ਕੰਢੇ ਬੈਠ ਜਿਵੇਂ ਕੋਈ ਰਚਨਾ ਨਵੀਂ ਹੀ ਰਚਦੇ ਨਹੀਂ, ਕੋਈ ਵੀਰ ਬਣਾ ਦਿਓ ਫੁੱਟ ਹੋਵੇ ਮੇਰੇ ਬਾਬੇ ਨਾਨਕ ਹੱਸਦੇ ਨਹੀਂ। ਇਦਾਂ ਦਾ ਸੀ ਬਾਬਾ ਸਾਡਾ। ਸਾਡੇ ਬਾਬੇ ਦੇ ਮੱਥੇ ਤੇ ਤਿਉੜੀ ਨਹੀਂ ਸੀ ਕਦੇ ਪਈ। ਲੋਕਾਂ ਭੂਤ ਨੇ ਅੱਜ ਦੇ ਬਾਬਿਆਂ ਨੂੰ ਵੇਖ ਲਓ ਤੁਸੀਂ, ਮੱਥੇ ਤੇ ਤਿਉੜੀਆਂ ਪੈ ਜਾਂਦੀਆਂ ਨੇ। ਤੇ ਸਮਾਂ ਇੱਥੇ ਬੈਠਦੇ ਆ ਵੀ ਸਮਾਂ ਬਦਲ ਆ ਜਾਣਾ ਤੇ ਸਾਡੇ ਪੈ ਜਾਂਦੀਆਂ ਮੱਥੇ ਤੇ ਤਿਉੜੀਆਂ। ਪਰ ਸਾਡੇ ਬਾਬੇ ਦੇ ਮੱਥੇ ਤੇ ਦੁਨੀਆ ਨੇ ਭੂਤਨਾ ਕਿਹਾ, ਕੁਰਾਈਆ ਕਿਹਾ, ਰੋੜੇ ਮਾਰੇ, ਖੂਨ ਸਿਮਦਾ ਬਾਬੇ ਦੇ। ਦਾੜਾ ਜਿਹੜਾ ਪ੍ਰਕਾਸ਼ ਸੀ ਬਾਬੇ ਦਾ ਦਾੜਾ ਖਿਲਰ ਗਿਆ ਮਿੱਟੀ ਪੈ ਪੈ ਕੇ, ਜਾਮਾ ਲੀਰੋ ਲੀਰ ਹੋ ਗਿਆ। ਗੁਰੂ ਨਾਨਕ ਸਾਹਿਬ ਦੇ ਬੱਦੀ ਦਸਤਾਰ ਮੈਲੀ ਹੋ ਗਈ। ਗੁਰੂ ਨਾਨਕ ਅੱਖਾਂ ਬੰਦ ਕਰਕੇ ਨਹੀਂ ਬੈਠਿਆ ਜਿਵੇਂ ਦਾ ਵਿਖਾ ਦਿੱਤਾ ਸੀ ਨੇ। ਗੁਰੂ ਨਾਨਕ ਅੱਖਾਂ ਖੋਲਦਾ ਰਿਹਾ ਜੀ। ਸੱਜਣ ਠੱਗ ਦੀਆਂ ਅੱਖਾਂ ਨਹੀਂ ਖੋਲੀਆਂ, ਕੌਡੇ ਰਾਖਸ਼ ਦੀਆਂ ਅੱਖਾਂ ਖੋਲੀਆਂ ਬਾਬੇ ਨੇ ਜਾ ਕੇ। ਸਿੱਧ ਛੱਪ ਬੈਠੇ ਪਰਬਤੀ। ਭਾਈ ਗੁਰਦਾਸ ਜੀ ਕਹਿੰਦੇ ਆ ਸਿੱਧ ਪਰਬਤਾਂ ਤੇ ਜਾ ਕੇ ਡੇਰਾ ਲਾ ਲੈਂਦੇ ਆ। ਗੁਰੂ ਨਾਨਕ ਬਾਬਾ ਜੀ ਜਦੋਂ ਇਸ ਰੋਹੇ ਜ਼ਮੀਨ ਦੇ ਉੱਪਰ ਆਗਾਜ਼ ਕਰਦੇ ਆ ਨਾ, ਜਿਹੜੇ ਸਿੱਧ ਪਰਬਤਾਂ ਤੇ ਜਾ ਕੇ ਬਹਿ ਗਏ ਨਾ, ਗੁਰੂ ਨਾਨਕ ਸਾਹਿਬ ਦਾ ਜੀਵਨ ਇੰਨਾ ਉੱਚਾ ਸੁੱਚਾ ਸੀ ਕਿ ਪਰਬਤਾਂ ਤੇ ਬੈਠੇ ਹੋਏ ਜੋਗੀਆਂ ਨੂੰ ਸਿੱਧਾਂ ਨੂੰ ਧਰਤੀ ਤੇ ਲਾ ਕੇ ਲੈ ਕੇ ਆਉਂਦੇ ਆ। ਇਦਾਂ ਦਾ ਸੀ ਸਾਡਾ ਬਾਬਾ। ਬਾਬੇ ਨੂੰ ਵਿਖਾਓ ਇੱਕ ਰੋੜੀਆਂ ਉੱਤੇ ਸੁੱਤਿਆਂ ਦੀ। ਭਾਈ ਗੁਰਦਾਸ ਜੀ ਕਹਿੰਦੇ ਬਾਬੇ ਭੇਖ ਬਣਾਇਆ
उदासी की रीत चलाई, रेत अक आहार कर, रोड़ा की गुर करी विछाई। बाबे दा जीवन सुख ते दुख, मैं बेनती कर जावां, सुख ते दुख इस जिंदगी दा हिस्सा ने। गुरु नानक साहब दे जीवन विचों तकियो जी। गुरु नानक साहब दा जीवन प्रैक्टिकल है, थ्योरी दा प्रैक्टिकल करके दिखाया मेरे मालक ने। जो थ्योरी गुरबानी विच है ना, ओदा प्रैक्टिकल गुरु नानक साहब दा जीवन सानू दसदा है। सुख वेखने आ, गुरु नानक साहब जी पटवारी दे पुत्र रहे ने, उन्हां समयां दे विच पटवारी सी मेहता कल्याणदास जी। ते जे दुख वेखना है, गुरु नानक साहब जी जदों तख्तां नूं ताजां नूं ठोकर मार के तुरदे आ, दुख वेखो रोड़े वजे, दुख वेखो भूतना गया, दुख वेखो बेकाला गया, दुख वेखो भुखण भाने रातां कटियां, दुख वेखो ਜਿਹੜੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਜਿਹੜੇ ਨਗਰ ਵਿੱਚ ਜਾਂਦੇ ਆ, ਸਭ ਤੋਂ ਵੱਡਾ ਦੁੱਖ ਹੈ ਜੀ ਕਿ ਉਸ ਨਗਰ ਦੇ ਵਿੱਚੋਂ ਗੁਰੂ ਨਾਨਕ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ ਹੈ। ਤੇ ਜੇ ਸੁੱਖ ਵੇਖਣਾ ਹੈ, ਜਿਨ੍ਹਾਂ ਲੋਕਾਂ ਨੇ ਧੱਕੇ ਮਾਰੇ, ਬਾਬਾ ਉਹਨਾਂ ਨੂੰ ਵਸਦੇ ਰਹੋ ਦਾ ਹੋਕਾ ਲਾ ਕੇ ਅਗਲੇ ਪਿੰਡ ਜਾ ਵੜਦਾ ਹੈ। ਇਸ ਤੋਂ ਵੱਡਾ ਕੋਈ ਸੁੱਖ ਨਹੀਂ ਹੈ। ਸਾਰੀ ਰਾਤ ਸਾਰਾ ਦਿਨ ਤੁਰਦੇ ਰਹੇ, ਤੁਰਦਿਆਂ ਤੁਰਦਿਆਂ ਜੇ ਸ਼ਾਮਾਂ ਪੈ ਗਈਆਂ, ਆਖਿਆ ਮਰਦਾਨਿਆ ਆਪਾਂ ਇਸ ਨਗਰ ਦੇ ਵਿੱਚ ਰਾਤ ਕੱਟ ਲਈਏ। ਜਦੋਂ ਉਸ ਨਗਰ ਵਿੱਚ ਪਹੁੰਚਦੇ ਆ, ਰਾਤ ਨਹੀਂ ਕੱਟਣ ਦਿੱਤੀ, ਆਖਿਆ ਨਿਕਲ ਜਾਓ ਸਾਡੇ ਪਿੰਡ ਚੋਂ। ਤੇ ਬਾਬੇ ਨੇ ਕਿਹਾ ਵਸਦੇ ਰਹੋ। ਫਿਰ ਮਰਦਾਨਾ ਜੀ ਨੂੰ ਕਹਿੰਦੇ ਆ ਕਿ ਭਾਈ ਮਰਦਾਨਾ ਜੀ, ਜਿੱਥੇ ਸਾਰਾ ਦਿਨ ਤੁਰਦੇ ਰਹੇ ਹੋ ਨਾ, ਚਲੋ ਹੁਣ ਆਪਾਂ ਸਾਰੀ ਰਾਤ ਤੁਰਨਾ। ਤੇ ਜੀਵਨ ਇੰਨਾ ਸੋਹਣਾ ਬਣਦਾ ਸੀ। ਆਖਿਆ ਮਰਦਾਨਾ ਜੀ ਰਾਤ ਸਾਰੀ ਬਹੁਤ ਲੰਬੀ ਰਾਤ ਹੈ, ਤੂੰ ਇਦਾਂ ਕਰ, ਤੂੰ ਰਬਾਬ ਦੀ ਤਾਰ ਵਜਾ ਤੇ ਮੈਂ ਨਾਲ ਨਾਲ ਬਾਣੀ ਗਾਵਾਂਗਾ। ਮਰਦਾਨਿਆ ਰਬਾਬ ਦੀ ਤਾਰ ਛੇੜ, ਹੁਣ ਬਾਣੀ ਆਈ ਹੈ। ਸਭ ਤੋਂ ਵੱਡੀ ਦੇਣ ਆ ਜੀ ਬਾਬੇ ਦੀ। ਤੇ ਗੁਰੂ ਪਿਆਰਿਓ, ਬਾਬਾ ਤੁਰਦਾ ਰਿਹਾ, ਬਾਬੇ ਨੂੰ ਵਿਖਾਓ ਇਦਾਂ ਦਾ ਰੇਤ ਅੱਕ ਆਹਾਰ ਕਰ। ਬਾਬਾ ਰੇਤ ਤੇ ਰੋੜਾਂ ਤੇ ਸੌਂ ਗਿਆ, ਜਿੱਥੇ ਜਗ੍ਹਾ ਮਿਲੀ ਬਾਬਾ ਜੀ ਆਪਣਾ ਟਿਕਾਣਾ ਕਰ ਲੈਂਦੇ ਆ, ਭਲਾ ਹੋਵੇ ਸਤ ਕਰਤਾਰ। ਬਾਬੇ ਦਾ ਜੀਵਨ ਇੰਨਾ ਸੋਹਣਾ ਜੀ। ਇੱਕ ਰੋੜਿਆਂ ਉੱਤੇ ਸੁੱਤਿਆਂ ਦੀ, ਤੁਰ ਤੁਰ ਕੇ ਟੁੱਟ ਗਏ ਜੁੱਤਿਆਂ ਦੀ। ਕਿਸੇ ਵੀਰ ਕਵੀ ਪੁਰਤਗਾਲ ਬੈਠਾ ਭਰਾ, ਉਹਨੇ ਲਿਖ ਕੇ ਮੈਨੂੰ ਲਾਈਨਾਂ ਭੇਜੀਆਂ, ਤੁਸੀਂ ਜ਼ਰੂਰ ਤੁਸੀਂ ਦੱਸਿਓ। ਤੇ ਮੈਂ ਗੁਰਪੁਰਬ ਦੇ ਬੇਨਤੀਆਂ ਕਰਕੇ ਆਇਆ, ਮੇਰੇ ਕੰਠ ਹੋ ਗਈ। ਉਹ ਕਹਿੰਦਾ ਇੱਕ ਰੋੜਿਆਂ ਉੱਤੇ ਸੁੱਤਿਆਂ ਦੀ, ਤੁਰ ਤੁਰ ਕੇ ਟੁੱਟ ਗਏ ਜੁੱਤਿਆਂ ਦੀ, ਜੋ ਖੂਨ ਸੀ ਪੀਂਦੇ ਲੋਕਾਂ ਦਾ, ਹਾਕਮ ਤੋਂ ਬਣ ਗਏ ਕੁੱਤਿਆਂ ਦੀ। ਇਹ ਸਾਰੀ ਕਵਿਤਾ ਵਿੱਚ ਬੇਨਤੀ ਕਰਦਾ ਵੀ ਇਦਾਂ ਦੀ ਤਸਵੀਰ ਬਣਾਓ। ਇੱਕ ਰੋੜਿਆਂ ਉੱਤੇ ਸੁੱਤਿਆਂ ਦੀ, ਤੁਰ ਤੁਰ ਕੇ ਟੁੱਟ ਗਏ ਜੁੱਤਿਆਂ ਦੀ, ਜੋ ਖੂਨ ਸੀ ਪੀਂਦੇ ਲੋਕਾਂ ਦਾ, ਹਾਕਮ ਤੋਂ ਬਣ ਗਏ ਕੁੱਤਿਆਂ ਦੀ। ਇੱਕ ਵੈਰੋਂ ਵਾਲ ਬਣਾ ਫੋਟੋ, ਹਰ ਹਾਲ ਆਨੰਦ ਵਿੱਚ ਵਸਦੇ ਦੀ, ਕੋਈ ਵੀਰ ਬਣਾ ਦਿਓ ਫੋਟੋ ਵੇ, ਮੇਰੇ ਬਾਬੇ ਨਾਨਕ ਬੋਲੋ ਜੀ, ਮੇਰੇ ਬਾਬੇ ਨਾਨਕ ਹੱਸਦੇ ਦੀ। ਇਦਾਂ ਦਾ ਸੀ ਸਾਡਾ ਬਾਬਾ। ਅਗਲੀਆਂ ਬੇਨਤੀਆਂ ਬਾਬਾ ਭਾਈ ਗੁਰਦਾਸ ਜੀ ਕਹਿੰਦੇ, ਫਿਰ ਬਾਬਾ ਗਿਆ ਬਗਦਾਦ ਨੂੰ। ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਦੀ ਧਰਤੀ ਤੇ ਪਹੁੰਚਦੇ ਐ, ਬਗਦਾਦ ਦੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਬਗਦਾਦ ਦੀ ਧਰਤੀ ਦੇ ਰਾਜੇ ਨੇ ਕੈਦ ਕਰ ਲਿਆ ਗੁਰੂ ਨਾਨਕ ਸਾਹਿਬ ਨੂੰ, ਰੋੜੇ ਮਾਰੇ। ਪਰ ਇੰਨਾ ਕੁਝ ਪਤਾ ਲੱਗ ਗਿਆ ਕਿ ਦਸਤਾਰ ਭਾਵੇਂ ਮੈਲੀ ਹੋ ਗਈ ਗੁਰੂ ਨਾਨਕ ਸਾਹਿਬ ਦੀ, ਚੋਲਾ ਲੀਰੋ ਲੀਰ ਹੋ ਗਿਆ, ਦਾੜਾ ਖਿਲਰਿਆ ਹੋਇਆ, ਪਰ ਗੁਰੂ ਨਾਨਕ ਸਾਹਿਬ ਦੇ ਚਿਹਰੇ ਤੇ ਆਨੰਦ ਬਹੁਤ ਸੀ। ਆਖਿਆ ਇਹਨੂੰ ਰੋੜੇ ਨਾ ਮਾਰੋ, ਇਹ ਕੋਈ ਆਮ ਮਨੁੱਖ ਨਹੀਂ ਹੈ, ਇਹਨੂੰ ਵੱਟੇ ਨਾ ਮਾਰੋ, ਇਹ ਰੂਹੇ ਜ਼ਮੀਨ ਦੇ ਉੱਪਰ ਆਇਆ ਕੋਈ ਅਵਤਾਰੀ ਨਿਰੰਕਾਰ ਹੈ, ਕੋਈ ਸਤਪੁਰਸ਼ ਹੈ, ਕੋਈ ਮਹਾਂਪੁਰਖ ਹੈ। ਇਹਦੇ ਚਿਹਰੇ ਦੀ ਇਹਦੀ ਕਮਾਈ ਬੋਲਦੀ ਹੈ, ਇਹਦੀ ਬੰਦਗੀ ਬੋਲਦੀ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਉਹ ਤਿੰਨ ਸਵਾਲ ਆਪਣੇ ਰੱਖਦਾ ਹੈ। ਤਵੱਜੋ ਦੇ ਕੇ ਸਮਝਿਓ, ਕਿਤੇ ਨਾ ਕਿਤੇ ਉਹ ਸਾਡੇ ਵੀ ਸਵਾਲ ਨੇ, ਸਾਡੇ ਜ਼ਿਹਨ ਦੇ ਵਿੱਚ ਵੀ ਉਹ ਸਵਾਲ ਆਉਂਦੇ ਆ ਕਈ ਵਾਰ। ਜਿੰਨੇ ਆਪਾਂ ਬੈਠੇ ਆ ਨਾ 20 30 50 ਸਰੀਰ, ਸਾਡੇ ਮਨ ਦੇ ਵਿੱਚ ਵੀ ਇਦਾਂ ਦੇ ਸਵਾਲ ਰੜਕਦੇ ਆ ਕਈ ਵਾਰ। ਜਦੋਂ ਉਦੋਂ ਬਹੁਤੇ ਰੜਕਦੇ ਆ ਜਦੋਂ ਬਹੁਤ ਕੋਈ ਦੁੱਖ ਭਾਰੀ ਪੈ ਜਾਂਦਾ, ਅਸੀਂ ਕਹਿੰਦੇ ਰੱਬ ਇਹ ਤਾਂ ਕੋਈ ਹੈ ਨਹੀਂ, ਰੱਬ ਮੇਰੇ ਨਾਲ ਇਦਾਂ ਕੋਈ ਕਰਦਾ ਜੇ ਰੱਬ ਹੁੰਦਾ, ਮਤਲਬ ਬਾਣੀ ਪੜਨ ਵਾਲਾ। ਕਈ ਵਾਰ ਸਾਡੇ ਮਨ ਦੇ ਅੰਦਰ ਇਹ ਖਿਆਲਾਤ ਪਹਿਲਾਂ ਹੁੰਦੇ ਆ। ਮੈਂ ਜਦੋਂ ਦੋਗਰਵਾਨਾ ਸਾਹਿਬ ਸਵੇਰੇ ਅੰਮ੍ਰਿਤ ਵੇਲੇ ਕਥਾ ਕਰਕੇ ਉੱਠਦਾ ਨਾ, ਤੇ ਕਈ ਵਾਰ ਮਾਈਆਂ ਇਦਾਂ ਕਰਦੀਆਂ ਨੇ, ਬਾਬਾ ਜੀ ਸਹਿਜ ਪਾਠ ਤੇ ਬੜਾ ਕਰਦੇ ਆ, ਅਖੰਡ ਪਾਠ ਤੇ ਬਹੁਤ ਕਰਾਦੇ, ਪਰ ਜ਼ਿੰਦਗੀ ਤੋਂ ਦੁੱਖ ਨਹੀਂ ਗਿਆ। ਜ਼ਿੰਦਗੀ ਦੇ ਅੰਦਰ ਚੜ੍ਹਦੀ ਕਲਾ, ਉਹ ਦੁੱਖ ਤੇ ਸੁੱਖ ਤੇ ਬਾਣੀ ਦਾ ਪਹਿਰਾ ਕਹਿੰਦਾ ਵੀ ਇਹ ਤੇ ਜਿਵੇਂ ਇੱਕ ਕੱਪੜਾ ਮੈਲਾ ਹੋ ਗਿਆ, ਉਤਾਰ ਦਿੱਤਾ ਫਿਰ ਸਾਫ਼ ਪਾ ਲਿਆ, ਉਹ ਉਤਾਰ ਦਿੱਤਾ ਫਿਰ ਸਾਫ਼ ਪਾ ਲਿਆ। ਇਹ ਜ਼ਿੰਦਗੀ ਦੇ ਅੰਦਰ ਚੱਲਦਾ ਰਹਿਣਾ, ਇਹ ਸਰਕਲ ਹੈ ਇੱਕ ਲਾਈਫ ਦਾ।
ਕਦੇ ਦੁੱਖ ਆਏ ਕਦੇ ਸੁੱਖ ਆਏ, ਪਰ ਸਭ ਤੋਂ ਵੱਡਾ ਸੁੱਖ ਹੋਵੇ ਕਿ ਤਤੀਆਂ ਤਵੀਆਂ ਤੋਂ ਵੱਡਾ ਕੋਈ ਦੁੱਖ ਨਹੀਂ, ਪਰ ਤਤੀਆਂ ਤਵੀਆਂ ਤੇ ਬਹਿ ਕੇ ਇੰਨੀ ਚੜ੍ਹਦੀ ਕਲਾ ਕਿ ਤੇਰਾ ਕੀਆ ਮਿੱਠਾ ਲੱਗਾ। ਮੇਰੀ ਬੇਨਤੀ ਨੂੰ ਸਮਝੋ, ਮੈਂ ਕਹਿਣਾ ਕੀ ਚਾਹੁੰਦਾ। ਦੁੱਖ ਦੇ ਬਹੁਤ ਆਏ, ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਚਮਕੌਰ ਦੀਆਂ ਗਲੀਆਂ ਵਿੱਚ ਤੋਰਨਾ ਪਿਆ, ਪਰ ਸੁੱਖ ਇੰਨਾ ਸੀ ਕਿ ਮੈਨੂੰ ਰਤਾ ਪਰਵਾਹ ਨਹੀਂ, ਭਾਵੇਂ ਜੱਗ ਸਾਰਾ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ, ਜਿਹਦੇ ਬਾਬਤ ਰਹਿਤਨਾਮਿਆਂ ਦੇ ਵਿੱਚ ਦਰਜ ਕੀਤਾ ਜੀ, ਇਨ ਪੁੱਤਰਨ ਕੇ ਸੀਸ ਪਰ। ਇਹ ਸੁੱਖ ਹੈ, ਇਹ ਚੜ੍ਹਦੀ ਕਲਾ। ਦੁੱਖ ਦੇ ਬਹੁਤ ਵੱਡਾ ਸਰਹੰਦ ਦੀਆਂ ਨੀਹਾਂ ਦੇ ਵਿੱਚ ਬੱਚੇ ਖਲੋਤੇ ਆ। ਇਤਿਹਾਸ ਕਹਿੰਦਾ ਪੀਪਲ ਬੰਨ ਗੁਲੇਲੇ ਮਾਰੇ, ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਪਿੱਪਲਾਂ ਨਾਲ ਬੰਨ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁਲੇਲਾਂ ਮਾਰੀਆਂ ਜਾਂਦੀਆਂ ਨੇ, ਉਹਨਾਂ ਦੇ ਪੋਟਿਆਂ ਤੇ ਅੱਗ ਲਾਈ ਜਾਂਦੀ ਹੈ। ਅੱਧ ਦਰਜੇ ਦੇ ਪੋਹ ਦੇ ਮਹੀਨੇ ਵਿੱਚ ਠੰਡੇ ਪਾਣੀ ਦੀਆਂ ਬਾਲਟੀਆਂ ਉਹਨਾਂ ਨੂੰ ਪਿੱਪਲਾਂ ਨਾਲ ਬੰਨ ਕੇ ਉਹਨਾਂ ਦੇ ਉੱਪਰ ਮਾਰੀਆਂ ਜਾਂਦੀਆਂ ਨੇ, ਪਾਣੀ ਮਾਰਿਆ ਜਾਂਦਾ, ਵਗਾਇਆ ਜਾਂਦਾ ਹੈ। ਦੁੱਖ ਦੇ ਇਹਨਾਂ ਸਰਹੰਦ ਦੀਆਂ ਨੀਹਾਂ ਵਿੱਚ ਜਦੋਂ ਖਲੋਦੇ ਆ, ਉਹਨਾਂ ਦੀਆਂ ਚੱਪੜੀਆਂ ਤੱਕ ਲੈ ਜਾਂਦੀਆਂ ਨੇ, ਡਰਾਇਆ ਜਾਂਦਾ ਹੈ, ਧਮਕਾਇਆ ਜਾਂਦਾ ਹੈ। ਆਓ ਵੇਖੋ ਆਸਮਾਨ ਦੇ ਵਿੱਚ ਇੱਲਾਂ, ਜਿੰਨਾ ਉੱਚਾ ਇਹ ਇੱਲ, ਜਿੰਨਾ ਉੱਚੀ ਇਹ ਇੱਲ ਜਾਏਗੀ ਤੁਹਾਡਾ ਮਾਸ ਲੈ ਕੇ ਜਾਏਗੀ। ਅਜੇ ਵੀ ਮੰਨ ਜਾਓ, ਪਰ ਸੁਖੀ ਇੰਨੇ ਨੇ, ਉਹ ਕਹਿੰਦੇ ਤੂੰ ਸਾਡੇ ਮਾਸ ਦੀ ਪਰਵਾਹ ਨਾ ਕਰੀ, ਚੇਤਾ ਰੱਖੀ ਅਸੀਂ ਤੇ ਸੂਬਿਆ ਇੱਥੇ ਨਹੀਂ ਜੇ ਰਹਿਣਾ, ਪਰ ਜਿੰਨਾ ਉੱਚਾ ਸਾਡਾ ਮਾਸ ਜਾਏਗਾ ਨਾ, ਆਉਣ ਵਾਲੇ ਸਮੇਂ ਵਿੱਚ ਇੰਨੇ ਉੱਚੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੱਲਣੇ ਆ। ਇਹ ਸੁੱਖ ਹੈ, ਇਹ ਚੜ੍ਹਦੀ ਕਲਾ ਹੈ। ਤੇ ਰਹਿਤਨਾਮੇ ਕਹਿੰਦੇ ਆ ਇਨ ਪੁੱਤਰਨ ਕੇ ਸੀਸ ਪਰ ਵਾਤ ਇਹ ਸੁਤ ਚਾਰ ਮੁਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਜਿਹੜੀ ਮੈਂ ਬੇਨਤੀ ਕਰਨੀ ਚਾਹਣਾ ਵੀ ਸੁੱਖ ਤੇ ਦੁੱਖ ਇਹ ਆਉਂਦੇ ਰਹਿਣੇ ਆ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜੇ ਦੁੱਖ ਵੇਖਣੇ ਆ, ਗੁਰੂ ਨਾਨਕ ਬਾਬਾ ਜੀ ਦੀ ਸਾਰੇ ਜੀਵਨ ਦੇ ਅੰਦਰ ਉਹ ਕਿਹੜਾ ਦੁੱਖ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਨਹੀਂ ਵੇਖਿਆ ਜੀ। ਕਲਗੀਧਰ ਦੀ ਜ਼ਿੰਦਗੀ 41 ਸਾਲ ਤੇ 9 ਮਹੀਨੇ, 42 ਸਾਲ ਦੇ ਪੂਰੇ ਨਹੀਂ ਹੋਏ, 42 ਸਾਲ ਦੀ ਉਮਰ ਦੇ ਵਿੱਚ ਕਲਗੀਧਰ ਨੇ ਆਪਣਾ ਪਰਿਵਾਰ ਖਤਮ ਹੁੰਦਾ ਵੇਖਿਆ ਜੀ। ਕਲਗੀਧਰ ਨੇ ਆਪਣਾ ਘਰ ਉਜੜਦਾ ਵੇਖਿਆ ਜੀ। ਕਲਗੀਧਰ ਨੇ ਆਪਣਾ ਅਨੰਦਪੁਰ ਛੱਡਦਿਆਂ ਨੂੰ ਵੇਖਿਆ ਜੀ। ਪਰ ਸੁੱਖ ਇੰਨਾ ਸੀ, ਇੱਕ ਪਾਸੇ ਘਰ ਛੱਡਿਆ ਜਾ ਰਿਹਾ ਹੈ, ਅਨੰਦਪੁਰ ਦਾ ਕਿਲਾ ਛੱਡਿਆ ਜਾ ਰਿਹਾ ਹੈ, ਪਰ ਚੜ੍ਹਦੀ ਕਲਾ ਇੰਨੀ ਸੀ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਵਾਹ ਵਾਹ ਗੋਬਿੰਦ ਸਿੰਘ ਧਨ ਤੇਰਾ ਜੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ। ਸੁੱਖ ਇੰਨਾ ਸੀ। ਇਹ ਪਿਰਤ ਜਿਹੜੀ ਪਾਈ ਇਹ ਬਾਬੇ ਨੇ ਪਾਈ ਜੀ, ਗੁਰੂ ਨਾਨਕ ਸਾਹਿਬ ਨੇ ਪਾਈ ਜੀ। ਮੈਂ ਸਿਰਫ 5-7 ਮਿੰਟ ਤਵੱਜੋ ਦੇ ਕੇ ਸਮਝਿਓ। ਇੱਕ ਰੋੜਿਆਂ ਉੱਤੇ ਸੁੱਤਿਆਂ ਦੀ, ਤੁਰ ਤੁਰ ਕੇ ਟੁੱਟ ਗਏ ਜੁੱਤਿਆਂ ਦੀ, ਜੋ ਖੂਨ ਸੀ ਪੀਂਦੇ ਲੋਕਾਂ ਦਾ, ਹਾਕਮ ਤੋਂ ਬਣ ਗਏ ਕੁੱਤਿਆਂ ਦੀ। ਇੱਕ ਵੈਰੋਂ ਵਾਲ ਬਣਾ ਫੋਟੋ, ਹਰ ਹਾਲ ਆਨੰਦ ਵਿੱਚ ਵਸਦੇ ਨਹੀਂ, ਕੋਈ ਵੀਰ ਬਣਾ ਦਿਓ ਫੋਟੋ ਵੇ, ਮੇਰੇ ਬਾਬੇ ਨਾਨਕ ਹੱਸਦੇ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਫਿਰ ਬਾਬਾ ਗਿਆ ਬਗਦਾਦ ਨੂੰ। ਬਗਦਾਦ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜਾਂਦੇ ਆ ਨਾ, ਤੇ ਉਹ ਕੈਦ ਕਰ ਲੈਂਦੇ, ਆਖਿਆ ਬਾਬਾ ਭਲਾ ਪੁਰਸ਼ ਜਾਪਦਾ 3 ਸਵਾਲਾਂ ਦੇ ਜਵਾਬ ਦੇ ਦਿਓ। ਜਿਹੜਾ ਵੀ ਇੱਥੇ ਕੋਈ ਗੈਰ ਕਾਫਰ ਆਇਆ ਨਾ, ਕੋਈ ਗੈਰ ਮੁਸਲਮਾਨ ਆਇਆ, ਕੋਈ ਹਿੰਦੂ ਆਇਆ, ਅਸੀਂ ਬਗਦਾਦ ਦੀ ਧਰਤੀ ਤੇ ਉਹਨੂੰ ਗੋਡਿਆਂ ਤੱਕ ਧਰਤੀ ਵਿੱਚ ਨੱਪ ਕੇ ਰੋੜੇ ਮਾਰ ਮਾਰ ਕੇ ਉਹਨੂੰ ਖਤਮ ਕਰ ਦਿੱਤਾ। ਪਰ ਤੁਸੀਂ ਭਲੇ ਪੁਰਸ਼ ਜਾਪਦੇ ਹੋ, ਮੇਰੇ 3 ਸਵਾਲ ਨੇ, ਇਹਨਾਂ 3 ਸਵਾਲਾਂ ਦੇ ਜਵਾਬ ਦੇ ਦਿਓ। ਜਾਂ ਮਾਫੀ ਮੰਗ ਕੇ ਚਲੇ ਜਾਓ, ਜਾਂ ਜਵਾਬ ਦੇ ਦਿਓ, ਤੁਹਾਡੀ ਜਾਨ ਬਖਸ਼ ਦਿੱਤੀ ਜਾਏਗੀ। ਤੇ ਮੈਂ ਜਿਹੜੀ ਬੇਨਤੀ ਕਰਨ ਲੱਗਾ ਵੀ ਉਹ ਸਾਡੇ ਵੀ ਕਿਤੇ ਨਾ ਕਿਤੇ ਸਵਾਲ ਨੇ, ਹਰ ਇੱਕ ਦੇ ਮਨ ਦੇ 90% ਸਾਡੇ ਸਵਾਲ ਨੇ। ਉਹ ਆਖਿਆ ਗੁਰੂ ਨਾਨਕ ਸਾਹਿਬ ਚੈਲੰਜ ਕਬੂਲ ਕਰਦੇ ਆ ਜੀ, ਮੌਤ ਦਾ ਫਿਕਰ, ਮੌਤ ਦੀ ਡਰ ਨਹੀਂ, ਮੌਤ ਦਾ ਕੋਈ ਫਿਕਰ ਨਹੀਂ ਹੈ। ਆਖਿਆ ਬਾਬਾ ਫਿਰ ਸਵਾਲ ਸੁਣ। ਪਹਿਲਾ ਸਵਾਲ, ਰੱਬ ਤੋਂ ਪਹਿਲਾਂ ਕੀ ਸੀ? ਇਹ ਸਾਡੇ ਸਭਨਾਂ ਦਾ ਸਵਾਲ ਹੁੰਦਾ ਹੈ, ਖਾਸ ਕਰਕੇ ਕਾਮਰੇਡ ਦਾ ਬਹੁਤਾ ਹੈ ਜਿਹੜਾ ਨਾਸਤਿਕ ਹੈ, ਜਿਹੜਾ ਰੱਬ ਤੋਂ ਮੁਨਕਰ ਹੈ, ਉਹਨੂੰ ਬਹੁਤੇ ਮਿਲਦੇ ਆ। ਇੱਕ ਵਾਰ ਮੈਂ ਦੋਗਲਵਾਨ ਸਾਹਿਬ ਬੈਠਾ, ਕਥਾ ਕਰਨ ਤੋਂ ਬਾਅਦ ਮੇਰੇ ਕੋਲ ਕੋਈ ਆਇਆ ਕਿ ਵੀ ਰੱਬ ਨੂੰ ਮੰਨਣ ਵਾਲਿਆਂ ਤੇ ਨਾ ਮੰਨਣ ਵਾਲਿਆਂ ਵਿੱਚ ਕੀ ਫਰਕ ਹੈ? ਮੈਂ ਕਿਹਾ ਤੂੰ ਕੌਣ ਹੈ? ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ। ਜੇ ਹੁਣ ਉੱਥੇ ਜਵਾਬ ਸਾਡਾ ਇਹ ਹੁੰਦਾ, ਬਹੁਤੀ ਵਾਰੀ ਹੁੰਦਾ ਵੀ ਰੱਬ ਨੇ ਤੈਨੂੰ ਕੀ ਦਿੱਤਾ, ਅਸੀਂ ਕਹੀਏ ਵੀ ਮੇਰੇ ਕੋਲ ਕੋਠੀ ਨਹੀਂ ਸੀ, ਅਸੀਂ ਕੋਠੀ ਪਾ ਲਈ, ਤੇ ਰੱਬ ਨੂੰ ਨਾ ਮੰਨਣ ਵਾਲਾ ਕਹਿੰਦਾ ਵੀ ਮੇਰੀਆਂ 2 ਕੋਠੀਆਂ ਬਾਹਰ ਨੇ, ਕਰ ਗੱਲ। ਜੇ ਅਸੀਂ ਕਹੀਏ ਵੀ ਰੱਬ ਨੇ ਮੈਨੂੰ ਗੱਡੀ ਦੇ ਦਿੱਤੀ, ਉਹ ਕਹਿੰਦਾ ਮੇਰੇ 3 ਪੁੱਤਰ ਨੇ ਤੇ 3 ਕੋਲ ਮਹਿੰਗੀਆਂ ਗੱਡੀਆਂ ਨੇ, ਫਿਰ ਕੀ ਕਰਾਂਗੇ ਭਾਈ?
जे असीं आखीए रब ने पुत्र दे दिता, रब ने पुत्र दे दिता, वो आखे मेरे को दो ने, मैं तो कदे गया ही नहीं गुरु घर। जे असीं कहिए भी रब ने साडा बच्चा बाहर भेज दिता, वो कहना सारा सारा टब्बर ही पी जाना बाहर दा। ये जवाब है साडे कोल। की कहांगे असीं? असीं कहांगे मैं उस वीर नूं कहा सी साडा पता की सानू की दिता गुरु ने, सानू रब ने की दिता, रब ने सानू अकल दिती आ। गुरु घर मैं जाना, गुरु घर ने मैनू पुत्र नहीं दिता मैं मानदा, गुरु घर ने मैनू दुध नहीं दिता मैं मानदा, क्योंकि जे पुत्र गुरु घर तो मिलना ना, बेबे नानकी दुनिया तो बेऔलाद गई है जी, पर हाथ अट के कुछ नहीं मंगिया। हालांकि अर्थ ये नहीं है कि गुरु नानक के घर में इन्हां चीज़ां दा घाटा भी नहीं देणगे, मिलदा सब कुछ ही है, पर कभी हाथ अट के मंगदे नहीं साडे बाबा जी। गुरु नानक दे घर में किसी चीज का घाटा नहीं, पर बेबे नानकी ने मंगया कुछ नहीं, अपने भरा दे विचों पुत्र वेखिया ते अपने भरा दे विचों ही भरा वेखिया। आ जीवन है, आ कुछ मिलता है। गुरुद्वारा हुए सोची पाए सी, गुरुद्वारे जाके सानू अकल मिलती है, गुरुद्वारे जाके सानू जिंदगी जिउण दा ढंग मिलता है, नॉलेज मिलती है, थ्योरी मिलती है। इस थ्योरी नूं प्रैक्टिकल रूप दे विच किवें लागू करना है, ये गुरु नानक जी सिखाउंदे आ सानू, ये गुरु दा घर सिखाउंदा सानू। ते गुरमुख प्यारिओ, ਉਹ ਸਵਾਲ ਸੀ ਉਹਦੇ ਰੱਬ ਤੋਂ ਪਹਿਲਾਂ ਕੀ ਸੀ, ਦੂਜਾ ਸਵਾਲ ਸੀ ਰੱਬ ਰਹਿੰਦਾ ਕਿੱਥੇ ਹੈ, ਤੇ ਤੀਜਾ ਸਵਾਲ ਸੀ ਰੱਬ ਕਰਦਾ ਕੀ ਹੈ। ਆ ਤਿੰਨੇ ਸਵਾਲਾਂ ਦੇ ਜਵਾਬ ਦਿਓ। ਗੁਰੂ ਨਾਨਕ ਬਾਬਾ ਜੀ ਕਹਿੰਦੇ ਤੇਰੇ ਤਿੰਨੇ ਸਵਾਲਾਂ ਦੇ ਜਵਾਬ ਦੇਵਾਂਗਾ। ਰਾਜਨ ਕਹਿੰਦਾ ਜੇ ਸੰਤੁਸ਼ਟੀ ਨਾ ਹੋਈ ਤੇ ਬਾਬਾ ਜੀ ਤੁਸੀਂ ਚੈਲੰਜ ਕਬੂਲਿਆ, ਅਗਲਾ ਪੜਾਅ ਜਿਹੜਾ ਹੈ ਉਹ ਮੌਤ ਦਾ ਰਸਤਾ ਹੈ, ਅਗਲੇ ਰਸਤੇ ਤੇ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ। गुरु नानक साहब कहते पहले सवाल का जवाब जो साडे सबना दा है, रब तो पहला किसी। गुरु नानक साहब की एक खासियत रही है, उन्होंने प्रैक्टिकल करके विखाया है। जो गुरु नानक साहब सीधा कह देते ना कि रब तो पहला कुछ भी नहीं सी, साडे मन अंदर आएगा सिद्ध करके विखाओ, असीं किवें मान सकते हैं। पर गुरु नानक जी ने सिद्ध करके विखाया। आख्या राजन एक वो सिपाही दे ਜਿਹੜੇ सिपाही दे तैनूं सब तो वध भरोसा होवे। राजन ने अपना एक सिपाही भेजा, गुरु नानक साहब उन्होंने राजे के महखाने के विच भेजते आ, जिथे हीरे जवाहरत मोती सी। आखिया मोतियां का एक थाल भर के लेके आवी, मोतियां का थाल मंगा लेंदे आ। सारे वेख रहे हैं क्योंकि मेन प्राइम टाइम उत्सुकता सब दी वधी हुई है ना जी। बड़िया ने इशारे भी किए भी बाबा ये सवालों के जवाब देने सौखे नहीं, बड़े आए ने, ये संतुष्ट नहीं होया, चले गए है। गुरु नानक साहब हसते हैं, मुस्कुराते हैं। आख्या राजन एक सिपाही मोतियां का थाल भर के लेके आउंदा, गुरु नानक साहब के सामने बैठे आ। मेन प्राइम समा सी, सब दी नजरां गुरु नानक बाबा जी ते टिकियां होईयां ने। गुरु नानक बाबा जी कहते इदां कर, मोतियां नूं एक एक करके गिनना शुरू कर दे। आख्या जी ठीक है। वो सिपाही गिनने शुरू कर दिंदा, 1 2 3 ते 4। ਜਦੋਂ 4 तक गिनिया बाबे ने हाथ फड़ लिया, आखिया गलत गिन रहे हैं, दोबारा तो शुरू कर। वो हैरान होता है, 1 2 3 ते 4 मैं गिने 4 सी, बाबा कहना गलत गिन रहे हैं। पर मन अंदर आया हो सकता है भुल गया होवां कोई अखर, कोई अंक रह गया होवे, दोबारा तो गिनना शुरू किया। आखिया 1। गुरु नानक साहब ने फिर हाथ फड़ लिया, तेनों समझ नहीं पैंदी, तेनों क्या शुरू तो शुरू कर, दोबारा शुरू कर। आख्या बाबा अजे ते मैं एक ही आख्या। गुरु नानक साहब ने 1 तो पहला शुरू कर। देखो क्या कमाल का तरीका सी बाबे दा, 1 तो पहला शुरू कर। आख्या बाबा भोलिया बाबा गिनती नहीं जी आउंदी, 1 तो पहला कुछ भी नहीं, 1 तो पहला 0 है। बाबे आख्या एक ओंकार रब एक है, 1 तो पहला कुछ भी नहीं है। राजन अरबद नरबद धुंधुकारा, ये थ्योरी है गुरु ग्रंथ साहब की, प्रैक्टिकल बाबे ने करके दिखाया। 1 तो पहला कुछ भी नहीं है। पहला उन्हें अपने आप को प्रकाश किया। आसा की वार दे वचन ने जी, आप ही ने आप साजियो। जेडे पढ़े लिखे वीर भैन समझ रखते हैं ना, आप तुसीं आप ही कर लो। आप ही ने आप साजियो, आप ही ने रचियो नाओ, दुई कुदरत साजी है, कर आसन डिठो चाओ। पहला उन्हें अपने आप को साजिया, उस तो पहला कुछ भी नहीं है, संतुष्टि हो गई। दूजा सवाल बाबा रब रहिंदा किथे है। गुरु नानक साहब कहते राजन समा बहुत हो गया, भी भुख बहुत लगी जे,
ਤੁਹਾਡੇ रसोई ਦੇ ਵਿੱਚੋਂ ਦੁੱਧ ਮਿਲ ਜਾਏਗਾ। मैं जाल प्रशादा नहीं छकना, दुੱਧ ਚਾਹੀਦਾ। आख्या जी मिल जाएगा। सिपाही ਨੂੰ रसोई ਦੇ ਵਿੱਚ ਭੇਜਿਆ, आख्या ਦੁੱਧ ਦਾ जग भर के लेके आओ। ਦੁੱਧ ਦਾ ਇੱਕ ਛੰਨਾ ਭਰ ਕੇ ਲਿਆਂਦਾ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਉਹ ਛੰਨਾ ਰੱਖਿਆ, ਬਾਬੇ ਨੇ ਟਿਕਟਕੀ ਲਗਾ ਕੇ ਕਈ ਮਿੰਟ ਉਹ ਦੁੱਧ ਵੱਲ ਵੇਖਿਆ। ਆਖਿਆ ਬਾਬਾ ਦੂਜਾ ਸਵਾਲ, ਰੱਬ ਰਹਿੰਦਾ ਕਿੱਥੇ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਲੱਗਦਾ ਦੁੱਧ ਵਿੱਚ ਕੁਝ ਹੈ। ਆਖਿਆ ਸਿਪਾਹੀ ਨੂੰ ਬੁਲਾ ਕੇ ਵੀ ਕੁਝ ਮਿਲਾ ਕੇ ਤੇ ਨਹੀਂ ਲੈ ਕੇ ਆਇਆ? ਆਖਿਆ ਨਹੀਂ ਜੀ ਤੁਹਾਡੇ ਵਾਲਾ ਹੀ ਹੈ ਤੇ ਤੁਸੀਂ ਛਕਦੇ ਹੋ। ਤੇ ਰਾਜਨ ਕਹਿੰਦਾ ਹੈ ਬਗਦਾਦੀ ਰਾਜਾ ਕਿ ਗੁਰੂ ਨਾਨਕ ਜੀ ਨੂੰ ਕਹਿੰਦੇ ਕਿ ਬਾਬਾ ਕੁਝ ਵੀ ਨਹੀਂ ਹੈ ਦੁੱਧ ਵਿੱਚ, ਕੋਈ ਮਿਲਾਵਟ ਨਹੀਂ ਹੈ, ਮੈਂ ਦੇਣਦਾਰਾਂ ਦੀ ਮਿਲਾਵਟ ਹੋਵੇਗੀ। ਬਾਬੇ ਦੇ ਸਾਹਮਣੇ ਦੁੱਧ ਨੂੰ ਪੁਣ ਦਿੰਦਾ, ਦੁੱਧ ਵਿੱਚੋਂ ਕੁਝ ਵੀ ਨਾ ਨਿਕਲਿਆ। ਬਾਬਾ ਕਹਿੰਦਾ ਮੈਨੂੰ ਲੱਗ ਰਿਹਾ ਦੁੱਧ ਵਿੱਚ ਅਜੇ ਵੀ ਕੁਝ ਹੈ। ਰਾਜਨ ਕੋਲ ਆ ਜਾਂਦਾ, ਬਾਬਾ ਮੈਨੂੰ ਵਿਖਾਓ ਕੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ ਧਿਆਨ ਨਾਲ ਵੇਖ ਦੁੱਧ ਵਿੱਚ ਘਿਓ ਹੈ ਕਿ ਨਹੀਂ ਹੈ। ਰਾਜਨ ਧਿਆਨ ਨਾਲ ਵੇਖ ਦੁੱਧ ਵਿੱਚ ਦਹੀਂ ਹੈ ਕਿ ਨਹੀਂ ਹੈ। ਧਿਆਨ ਨਾਲ ਵੇਖ ਦੁੱਧ ਵਿੱਚ ਮੱਖਣ ਹੈ ਕਿ ਨਹੀਂ ਹੈ। ਆਖਿਆ ਬਾਬਾ ਦੁੱਧ ਵਿੱਚ ਦਹੀਂ ਵੀ ਹੈ, ਘਿਓ ਵੀ ਹੈ, ਮੱਖਣ ਵੀ ਹੈ, ਪਰ ਜੇ ਇਹ ਕੱਢਣਾ ਨਾ ਸਾਰਾ ਕੁਝ, ਜੇ ਦੁੱਧ ਦੇ ਵਿੱਚੋਂ ਘਿਓ ਪੈਦਾ ਕਰਨਾ ਹੈ, ਮੱਖਣ ਪੈਦਾ ਕਰਨਾ ਹੈ ਨਾ, ਤੇ ਇਹਨੂੰ ਰਿੜਕਣਾ ਪਏਗਾ। ਜੇ ਦਹੀਂ ਪੈਦਾ ਕਰਨਾ ਤੇ ਇਹਨੂੰ ਜਾਗ ਲਵਾਉਣਾ ਪਏਗਾ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਪੁੱਛਦਾ ਨਾ ਰੱਬ ਰਹਿੰਦਾ ਕਿੱਥੇ ਹੈ? ਤੇਰੇ ਵਿੱਚ ਹੀ ਹੈ, ਆਪਣੇ ਮਨ ਨੂੰ ਰਿੜਕ ਕੇ ਵੇਖ। ਤੇਰੇ ਵਿੱਚ ਹੀ ਹੈ, ਆਪਣੇ ਮਨ ਨੂੰ ਜਾਗ ਲਵਾ। ਜਾਗੋ ਜਾਗੋ ਸੁੱਤੇ ਉਹ ਚੱਲਿਆ ਉਹ ਨਜ਼ਾਰਾ। ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ। ਮਨ ਸੌ ਗਿਆ ਸਤਿਗੁਰੂ ਕਹਿੰਦੇ, ਅੱਖਾਂ ਸੌ ਗਈਆਂ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਬਸਤ ਉਹ ਆਪਣੀ ਰਹਿ। ਇੱਕ ਪ੍ਰਮਾਣ ਮੈਨੂੰ ਹੋਰ ਚੇਤੇ ਆਉਂਦਾ, ਬਾਬਾ ਜੀ ਕਹਿੰਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਸੌ ਗਈਆਂ। श्रवण सोए सुन निंद विचार, रसना सोई लोभ मिठा साध, मन सोया माया बिस्माल। सब कुछ ही सो गया जी। ते बाबा जी आनंद साहब की बाणी अंदर वचन करते हैं, ए मन मेरे आ तू सदा रहो हर नाले, रब तेरे विच ही है, तेरे तो वखरा नहीं। सस अपने नूह विचों रब नूं वेखे, नूह अपनी सस विचों रब नूं वेखे। बहुते घरां दे टुटण दे कारण ही बनदे आ, लड़ाइयां, आपसी वैर विरोध बन नहीं आउंदी। बाहर असीं रब नूं लभणे फिरने आ, घर विच बैठे रब नूं पछाणिया ही नहीं। मैं बहुत बारे बेनती करदा हुंदा, कल मैं पीटीसी तो लाइव ही बेनती कीती आ कि जिस दिन नौजवान ने अपने माता पिता विचों रब लभना सिख लिया ना, दुनिया के जिन्ने बिरध आश्रम बने ना ये बंद हो जाने, जिन्ने बने बंद हो जाएंगे। रब लभ्या नहीं, सस ने नूह विचों नहीं लभ्या, नूह ने सस विचों नहीं लभ्या। ते उदां गुरु घर जाके सारियां फॉर्मैलिटियां बन जांदियां ने। ਇੱਥੇ ਝਾੜੂ ਲਾਉਣੇ ਆ, ਇੱਕ ਦੂਜੇ ਤੋਂ ਅੱਗੇ ਹੋ ਕੇ ਸੱਸ ਵੀ ਲੱਗੀ ਹੋਈ ਹੈ, ਉਹਦੇ ਅੱਗੇ ਨੂੰਹ ਵੀ ਲੱਗੀ ਹੋਈ ਹੈ। ਕਮਾਲ ਦੀ ਗੱਲ ਹੈ ਵੀ ਜਿਹੜੀ ਜਗ੍ਹਾ ਤੇ ਝਾੜੂ ਲੱਗਿਆ ਹੋਇਆ ਉੱਥੇ ਵਾਰੀ-ਵਾਰੀ ਝਾੜੂ ਲਾ ਰਹੇ ਆ, ਉੱਥੇ ਵਾਰੀ-ਵਾਰੀ ਲੱਗੇ ਹੋਏ ਆ। ਤੇ ਗੁਰੂ ਪਿਆਰਿਓ ਇੱਥੇ ਕੇਵਲ ਤੇ ਕੇਵਲ ਫਾਰਮੈਲਿਟੀਆਂ ਤੱਕ ਰਹਿ ਗਏ। ਇੱਥੇ ਇੱਕ ਦੂਜੇ ਤੋਂ ਅੱਗੇ ਹੋ ਕੇ ਝਾੜੂ ਲਾਇਆ, ਇੱਥੇ ਇੱਕ ਦੂਜੇ ਤੋਂ ਖੋ ਕੇ ਭਾਂਡੇ ਮਾਂਜੇ, ਇੱਥੇ ਪ੍ਰਸ਼ਾਦਾ ਪਾਣੀ ਪਿਆਰ ਨਾਲ ਵਰਤਾਇਆ। ਤੇ ਜਦੋਂ ਗੁਰੂ ਘਰ ਤੋਂ ਅਸੀਂ ਘਰ ਜਾਂਦੇ ਆ, ਆਪਣੇ ਘਰ ਵਿੱਚ ਸੱਸ ਆਪਣੇ ਕਮਰੇ ਚ ਲਾ ਲੈਂਦੀ ਹੈ ਤੇ ਨੂੰਹ ਆਪਣੇ ਕਮਰੇ ਚ ਲਾ ਲੈਂਦੀ ਹੈ। ਸੱਸ ਨੇ ਆਪਣੇ ਭਾਂਡੇ ਮਾਂਜ ਲਏ ਤੇ ਨੂੰਹ ਨੇ ਆਪਣੇ ਭਾਂਡੇ ਮਾਂਜ ਲਏ। कमाया नहीं, जिनके दिवस मनाते हो उनकी बातें भी माना करो। जिन्हां पुरखियां दे बचनां ते असीं उन्हां नूं याद करने आ ना प्यारिओ, उन्हां दीयां गल्लां ते भी पैरा देना पएगा, उन्हां दे बचनां नूं लाइफ दे विच फॉलो भी करना पएगा, कमाउणा भी पएगा। बाबे दा दूजा रब रहिंदा किथे, आखिया विच ही है सारा कुछ। दुध विच घिओ है, रब तेरे विच है, रब तेरे तो वखरा नहीं। अपने मन तू जोत स्वरूप है, अपना मूल पछाण। मैं होर बेनती करा, मन हाजी तेरा नाल है। मैं किन्ने को प्रमाण गुरु ग्रंथ साहब विच जिन्ने मर्जी प्रमाण ले लो जी, घट घट मैं हाजू बस है। सौखी जी बेनती करा, रह रास दी बाणी विच चक्को जी, बलिहारी कुदरत विच ही है सारा कुछ, वखरा नहीं है। अगली बेनती, रब करदा की है? बाबा तीजे सवाल का जवाब दे, रब करदा की है? गुरु नानक साहब कहते राजन इस सवाल का जवाब देने वास्ते मैनूं तेरे तख्त ते आउणा पएगा। गुरु नानक साहब कहते तेरे तख्त ते बैठना पएगा। राजन कहता भी ठीक है जी आ जाओ। गुरु नानक साहब तख्त ते चले जाते आ ते राजन नूं कहा तुसीं मेरे वाली जगह ते खलो जाओ, जिथे जिवें मुजरम खड़दे आ ना जी। गुरु नानक साहब इदां कचहरी च खलोते हुए सी। हुण राजन दे सवाल का जवाब जानने की इच्छा वधी हुई सी। गुरु नानक साहब जो कोल जाते हैं,
ਰਾਜਨ ਦੇ ਤਖਤ ਤੇ ਬਹਿ ਜਾਂਦੇ ਆ ਤੇ ਰਾਜਨ ਥੱਲੇ ਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਅੱਖਾਂ ਨੇਤਰ ਬੰਦ ਕਰ ਲਏ, ਧਿਆਨ ਜੋੜ ਲਿਆ ਪ੍ਰਮਾਤਮਾ ਦੀ ਸਿਮਰਨ ਦੇ ਵਿੱਚ, ਬੰਦਗੀ ਵਿੱਚ ਨੇਤਰ ਬੰਦ ਕਰਕੇ ਬਾਬਾ ਬੰਦਗੀ 'ਚ ਐਸਾ ਜੁੜਿਆ। ਘੰਟਿਆਂ ਬੱਧੀ ਸਮਾਂ ਬੀਤ ਗਿਆ। ਗੁਰੂ ਨਾਨਕ ਸਾਹਿਬ ਦਾ ਇੰਨਾ ਕੁ ਸਮਾਂ ਬੀਤਿਆ, ਬਾਬੇ ਨੂੰ ਮੋਢੇ ਤੋਂ ਫੜ ਕੇ ਬਾਬਾ ਤੀਜੇ ਸਵਾਲ ਦਾ ਜਵਾਬ ਰੱਬ ਕਰਦਾ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਸਮਝ ਨਹੀਂ ਪਈ ਕੀ ਕਰਦਾ ਹੈ। ਆਖਿਆ ਜੀ ਨਹੀਂ, ਤੀਜੇ ਸਵਾਲ ਦਾ ਜਵਾਬ ਰੱਬ ਕਰਦਾ ਕੀ ਹੈ? ਬਾਬਾ ਕਹਿੰਦਾ ਸਮਝ ਨਹੀਂ ਪਈ। ਜਦੋਂ ਰੱਬ ਦੀ ਨਜ਼ਰ ਹੁੰਦੀ ਹੈ, ਜਦੋਂ ਉਹਦੀ ਮਿਹਰ ਹੁੰਦੀ ਹੈ ਨਾ, ਉਹ ਬੜੇ ਵੱਡੇ ਵੱਡੇ ਰਾਜਿਆਂ ਨੂੰ ਘਾਹੀ ਬਣਾ ਦਿੰਦਾ ਤੇ ਬੜੇ ਵੱਡੇ ਵੱਡੇ ਘਾਈਆਂ ਨੂੰ ਰਾਜੇ ਬਣਾ ਕੇ ਰੱਖ ਦਿੰਦਾ ਹੈ। ਬਾਬੇ ਦਾ ਵਚਨ ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ ਨਦਰ ਪੱਠੀ ਜੇ ਕਰੇ, ਸੁਲਤਾਨਾ ਘਾਹ ਕਰਾਏਗਾ। ਆਖਿਆ ਬੜੇ ਵੱਡੇ ਵੱਡੇ ਭਿਖਾਰੀਆਂ ਨੂੰ ਰਾਜੇ ਬਣਾ ਦਿੰਦਾ ਹੈ, ਬੜੇ ਵੱਡੇ ਵੱਡੇ ਰਾਜਿਆਂ ਨੂੰ ਭਿਖਾਰੀ ਬਣਾ ਦਿੰਦਾ। ਤਖਤ ਬਹਿ ਤਖਤਾ ਕੀ ਲਾਇਕ, ਰਾਜਨ ਜੇ ਤਖਤ ਮਿਲਿਆ ਇਸ ਤਖਤ ਦੀ ਇਮਾਨਦਾਰੀ ਨਾਲ ਵਰਤੋਂ ਕਰ। ਫਿਰ ਬਾਬੇ ਨੇ ਇੰਨੀਆਂ ਸੋਹਣੀਆਂ ਵਿਚਾਰਾਂ ਉਸ ਬਗਦਾਦ ਦੇ ਰਾਜੇ ਦੀ ਝੋਲੀ ਪਾਈਆਂ ਕਿ ਉਦੋਂ ਕਹਿਣਾ ਪਿਆ ਧੰਨ ਨਾਨਕ ਤੇਰੀ ਵੱਡੀ ਕਮਾਈ। ਆਖਰੀ ਬੇਨਤੀ, ਇੱਕ ਕੈਦਖਾਨੇ ਵਿੱਚ ਰਹਿੰਦੇ ਨਹੀਂ, ਬਾਬੇ ਨੂੰ ਕੈਦ ਕੀਤਾ ਸੀ ਜਦੋਂ ਫੋਟੋ ਬਣੀ, ਇੱਕ ਕੈਦਖਾਨੇ ਵਿੱਚ ਰਹਿੰਦੇ ਨਹੀਂ, ਬਾਬਰ ਨੂੰ ਜਾਬਰ ਕਹਿੰਦੇ ਨਹੀਂ, ਇੱਕ ਰੋੜਿਆਂ ਉੱਤੇ ਸੁੱਤਿਆਂ ਦੀ ਇੱਕ ਹੱਥੀਂ ਚੱਕੀ ਚਲਾਉਂਦੇ ਸੀ। ਬਾਬੇ ਨੇ ਕੈਦ ਜਦੋਂ ਕੱਟੀ ਦਾ, ਬਾਬੇ ਨੇ ਫਿਰ ਚੱਕੀ ਚਲਾਈ। ਇੱਕ ਕੈਦਖਾਨੇ ਵਿੱਚ ਰਹਿੰਦੇ ਦੀ, ਬਾਬਰ ਨੂੰ ਜਾਬਰ ਕਹਿੰਦੇ ਦੀ, ਇੱਕ ਹੱਥੀਂ ਚੱਕੀ ਚਲਾਉਂਦੇ ਦੀ, ਇੱਕ ਹਾਕਮਾਂ ਦੇ ਨਾਲ ਖਹਿੰਦੇ ਦੀ। ਜਦ ਬਾਬਾ ਕੈਦ ਚੋਂ ਛੁੱਟਿਆ ਸੀ, ਮਰਦਾਨੇ ਖੁਸ਼ੀ 'ਚ ਨੱਚਦੇ ਦੀ। ਕੋਈ ਵੀਰ ਬਣਾ ਦਿਓ ਫੋਟੋ ਵੇ, ਮੇਰੇ ਬਾਬੇ ਨਾਨਕ ਹੱਸਦੇ ਦੀ। ਮਰਦਾਨਾ ਨੱਚਿਆ, ਮੇਰਾ ਪੀਰ, ਮੇਰਾ ਮੁਰਸ਼ਦ, ਮੇਰਾ ਵਾਲੀ ਦੋ ਜਹਾਨ ਬਾਹਰ ਆ ਗਿਆ। ਤੇ ਤੀਜੀ ਜਿਹੜੀ ਦੇਣ ਆ ਨਾ ਮੇਰੇ ਮਾਲਕ ਦੀ ਸਭ ਤੋਂ ਵੱਡੀ, ਮੈਂ ਸ਼ਬਦ ਹੱਥ ਜੋੜ ਕੇ ਸੰਗਤ ਤੋਂ ਮਾਫੀ ਮੰਗ ਕੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਇੱਕ ਵਰਤਣ ਲੱਗਿਆ। ਰਾਗ ਦੀ ਦੇਣ ਸਭ ਤੋਂ ਵੱਡੀ ਆ। ਇਸਲਾਮ ਧਰਮ ਦੇ ਵਿੱਚ ਅੱਜ ਵੀ ਰਾਗ ਨੂੰ ਮਾੜਾ ਮੰਨਿਆ ਜਾਂਦਾ ਜੀ। ਅੱਜ ਵੀ ਰਾਗ ਦੀ ਵਰਤੋਂ ਨਹੀਂ ਕਰਦੇ, ਉਹ ਅੱਜ ਵੀ ਰਾਗ ਨਹੀਂ ਗਾਉਂਦੇ। ਉਹਨਾਂ ਦਾ ਮੰਨਣਾ ਸੀ ਕਿ ਜਿਹੜਾ ਇਹ ਰਾਗ ਹੈ ਇਹ ਕੇਵਲ ਤੇ ਕੇਵਲ, ਮੈਂ ਸ਼ਬਦ ਵਰਤਣ ਲੱਗਿਆ ਮਾਫੀ ਮੰਗ ਕੇ, ਕੁਝ ਇੱਕ ਮੁਤਸਬੀ ਲੋਕਾਂ ਦਾ ਕਹਿਣਾ ਸੀ ਕਿ ਜਿਹੜਾ ਇਹ ਰਾਗ ਹੈ, ਜਿਹੜੀ ਇਹ ਕੀਰਤਨ ਦੀ ਦਾਤ ਹੈ, ਜਿਹੜਾ ਇਹ ਕੀਰਤਨ ਹੈ, ਜਿਹੜਾ ਇਹ ਕੀਰਤਨ ਜਾਂ ਰਾਗ ਵਰਤਿਆ ਜਾਂਦਾ ਹੈ ਨਾ, ਕੁਝ ਇੱਕ ਮੁਤਸਬੀ ਲੋਕ ਕਹਿੰਦੇ ਸੀ ਇਹ ਕੇਵਲ ਤੇ ਕੇਵਲ ਤਵੈਫਾਂ ਦੇ ਕੋਠਿਆਂ ਤੇ ਵੱਜ ਸਕਦਾ ਹੈ, ਤਵੈਫਾਂ ਦੇ ਕੋਠਿਆਂ ਤੇ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਭੋਲਿਓ, ਕੀਰਤਨ ਸਰੀਰ ਦੀ ਪ੍ਰਕਿਰਿਆ ਨਹੀਂ ਹੈ, ਕੀਰਤਨ ਸੁਰਤ ਦੀ ਪ੍ਰਕਿਰਿਆ ਹੈ। ਭਾਈ ਮਰਦਾਨੇ ਨੂੰ ਭੇਜਿਆ, ਆਖਿਆ ਮਰਦਾਨਾ ਜੀ ਫਰਿੰਦੇ ਰਬਾਬੀ ਦੇ ਕੋਲ ਜਾ ਕੇ ਰਬਾਬ ਲੈ ਕੇ ਆਵੋ। ਭਾਈ ਮਰਦਾਨਾ ਜੀ ਜਾਂਦੇ ਆ, ਬੇਬੇ ਨਾਨਕੀ ਤੋਂ 7 ਰੁਪਏ ਲੈ ਕੇ ਭਾਈ ਮਰਦਾਨਾ ਜੀ ਫਰਿੰਦੇ ਰਬਾਬੀ ਦੇ ਕੋਲ ਜਾਂਦੇ ਆ। ਆਖਿਆ ਰਬਾਬ ਬਣਾਉਣ ਵਾਲਿਆ, ਮੈਨੂੰ ਗੁਰੂ ਨਾਨਕ ਸਾਹਿਬ ਨੇ ਭੇਜਿਆ ਰਬਾਬ ਲੈਣ ਵਾਸਤੇ। ਆ ਬੇਨਤੀ ਸੁਣਿਓ ਜੀ, ਫਿਰ ਬੇਨਤੀ ਸਮਾਪਤੀ ਹੈ। ਆਖਿਆ ਰਬਾਬ ਬਣਾਉਣ ਵਾਲਿਆ, ਗੁਰੂ ਨਾਨਕ ਸਾਹਿਬ ਨੇ ਭੇਜਿਆ ਰਬਾਬ ਲਿਆਉਣ ਵਾਸਤੇ। ਭਾਈ ਫਰਿੰਦਾ ਰਬਾਬੀ ਜੀ ਗੁਰੂ ਨਾਨਕ ਸਾਹਿਬ ਦੇ ਲਈ ਰਬਾਬ ਜਦੋਂ ਭਾਈ ਮਰਦਾਨੇ ਨੂੰ ਫੜਾਉਂਦੇ ਆ ਨਾ, ਤਾਂ ਭਾਈ ਮਰਦਾਨਾ ਜੀ ਆਪਣੀ ਜੇਬ ਵਿੱਚੋਂ 7 ਰੁਪਏ ਕੱਢ ਕੇ ਆਖਿਆ ਰਬਾਬ ਦਾ ਮਿਹਨਤਾਨਾ ਕਿੰਨਾ ਦਿਆਂ, ਕਿੰਨੀ ਮਿਹਨਤ ਦਿਆਂ, ਕਿੰਨੀ ਭੇਟਾ ਦੇਵਾਂ। ਤੇ ਭਾਈ ਫਰਿੰਦੇ ਰਬਾਬੀ ਦੇ ਬਚਨ ਸੀ, ਆਖਿਆ ਭਾਈ ਮਰਦਾਨਾ ਜੀ ਇਸ ਰਬਾਬ ਨੂੰ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਤੇ ਕਰਤੇ ਦੀ ਕੀਰਤੀ ਵਾਸਤੇ ਵਜਾਵੀਂ, ਇਸ ਤੋਂ ਵੱਡੀ ਇਹਦੀ ਕੋਈ ਵੀ ਭੇਟਾ ਨਹੀਂ ਹੈ। ਭੇਟਾ ਕੇਵਲ ਤੇ ਕੇਵਲ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਤੇ ਕਰਤੇ ਦੀ ਕੀਰਤੀ ਵਾਸਤੇ ਇਹ ਰਬਾਬ ਨੂੰ ਵਜਾਵੀਂ, ਕਿਉਂਕਿ ਮੇਰੀ ਰਬਾਬ ਕਦੀ ਪਰਮਾਤਮਾ ਦੇ ਇਲਾਹੀ ਰਾਗਾਂ ਦੇ ਲਈ ਤੇ ਵੱਜੀ ਹੋਈ ਨਹੀਂ, ਸਮੇਂ ਦਾ ਹਾਕਮ ਵਜਾਉਣ ਹੀ ਨਹੀਂ ਦਿੰਦਾ। ਗੁਰੂ ਨਾਨਕ ਸਾਹਿਬ ਨੇ ਸਭ ਤੋਂ ਵੱਡੀ ਦਾਤ ਰਾਗ, ਤੇ ਜਿਵੇਂ ਸਾਖੀਆਂ ਦੇ ਜਨਮ ਸਾਖੀਆਂ ਦੇ ਵਚਨ ਨੇ ਨਾ, ਆਖਿਆ ਭਾਈ ਮਰਦਾਨਾ ਜੀ ਸ਼ਬਦ ਨੂੰ ਰਾਗ ਪਾਏ ਕੇ ਗਾਵਣਾ, ਸ਼ਬਦ ਨੂੰ ਰਾਗ ਪਾਏ ਕੇ ਗਾਵਣਾ। ਤੇ ਉਹਨਾਂ ਦਿਨਾਂ ਦੇ ਵਿੱਚ ਫਿਰ ਬਾਬੇ ਨੇ ਸਭ ਤੋਂ ਵੱਡੀ ਦਾਤ, ਜੋ ਅੱਜ ਵੀ ਤੰਤੀ ਸਾਜ਼ਾਂ ਦੇ ਉੱਪਰ ਕੀਰਤਨ ਹੁੰਦਾ ਹੈ ਜਾਂ ਕੀਰਤਨ ਦੀ ਦਾਤ ਹੈ, ਇਹ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਵੱਡੀ ਦੇਣ ਹੈ, ਕੀਰਤੀ ਕਰਨੀ। ਇਸ ਕਰਕੇ ਜਿਨਕੇ ਜਿਸ ਮਨਾਤੇ ਹੋ ਉਨਕੀ ਬਾਤੀ ਵੀ ਮਾਨਾ ਕਰੋ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੀ ਕੌਮ ਨੂੰ ਨਹੀਂ, ਉਹਨਾਂ ਕੁੱਲ ਕਾਇਨਾਤ ਨੂੰ ਆਵਾਜ਼ ਮਾਰ ਕੇ ਸਮਝਾਇਆ ਕਿ ਦੁਨੀਆ ਦੇ ਲੋਕੋ ਆਓ ਆਪਣਾ ਜੀਵਨ ਅੰਮ੍ਰਿਤ ਵਰਗਾ ਬਣਾਓ। ਜਿਹੜਾ ਮੈਂ ਸਬਜੈਕਟ ਲੈ ਕੇ ਚੱਲਿਆ ਸੀ ਨਾ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਕਿ ਦੁਨੀਆ ਦੇ ਲੋਕੋ ਜਿਹੜਾ ਕਾਰਜ ਕਰਨ ਵਾਸਤੇ
ਜਿਹੜੇ ਉਦੇਸ਼ ਵਾਸਤੇ ਅਸੀਂ ਇਸ ਰੂਹੇ ਜ਼ਮੀਨ ਦੇ ਉੱਪਰ ਆਏ ਆ ਨਾ, ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਸਾਨੂੰ ਮਿਲਣਗੇ। ਅੰਮ੍ਰਿਤਮਈ ਬਚਨਾਂ ਨੂੰ ਪੜ੍ਹ ਕੇ ਆਪਣਾ ਜੀਵਨ ਅੰਮ੍ਰਿਤ ਵਰਗਾ ਬਣਾਓ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਹੋਣੇ ਆ। ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬਾਬਾ ਜੀ ਵੱਲੋਂ ਹੁਕਮ ਹੋਇਆ ਸੀ ਹਾਜ਼ਰੀ ਭਰਨ ਦਾ, ਆਪਾਂ ਨੇ ਰਲ ਮਿਲ ਕੇ ਹਾਜ਼ਰੀਆਂ ਭਰੀਆਂ ਨੇ। ਸੋ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਦੇ ਕੋਲ ਦਾਸ ਤਕਰੀਬਨ 9-10 ਵਰ੍ਹਿਆਂ ਤੋਂ ਜਦੋਂ ਮੈਂ ਇਸ ਲਾਈਨ 'ਚ ਜੁੜਦਾ, ਜਦੋਂ ਇਸ ਪਾਸੇ ਆਇਆ ਸਟੱਡੀ ਕਰਕੇ, ਯੂਨੀਵਰਸਿਟੀ ਦੀ ਸਟੱਡੀ ਕਰਕੇ, ਜਦੋਂ ਬਾਬਾ ਜੀ ਨੂੰ ਪਹਿਲੀ ਵਾਰ ਦਰਸ਼ਨ ਕੀਤੇ ਤੇ ਜੁੜਿਆ, ਜਦੋਂ ਤੋਰਿਆ ਕਿ ਕਥਾ ਵਾਲੇ ਪਾਸੇ ਤੋਂ। ਸੋ ਅੱਜ ਆ ਬਹੁਤ ਵੱਡੀ ਜਿਹੜੀ ਦੇਣ ਮੇਰੇ ਦੇ ਸਿਰ ਤੇ ਜੋ ਮਿਹਰ ਭਰਿਆ ਹੱਥ ਹੈ, ਬਾਬਾ ਜੀ ਨੇ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੋ ਬਹੁਤ ਬਹੁਤ ਧੰਨਵਾਦ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਕਮੇਟੀ ਦਾ, ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਬਾਬਾ ਹਰਪ੍ਰੀਤ ਸਿੰਘ ਜੀ ਹੋਣਾ ਦਾ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਗੁਰ ਇਤਿਹਾਸ ਦੀ ਵਿਚਾਰ ਕਰਦੇ ਆ, ਗੁਰਬਾਣੀ ਦੀ ਵਿਚਾਰ ਕਰਦੇ ਆ, ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ, ਬਖਸ਼ ਲੈਣਾ, ਸੰਗਤ ਬਖਸ਼ਣਯੋਗ ਹੈ। ਆਓ ਹੁਣ ਮੈਂ ਬੇਨਤੀ ਕਰਾਂਗਾ ਬਹੁਤ ਹੀ ਸਤਿਕਾਰਯੋਗ ਭਾਈ ਗੁਰਜੰਟ ਸਿੰਘ ਜੀ ਮੂਸੇ ਵਾਲੇ, ਆਪ ਸੰਗਤਾਂ ਨੂੰ, ਜੋ ਕਿ ਤੰਤੀ ਸਾਜ਼ਾਂ ਦੇ ਵਿੱਚੋਂ ਜਿਵੇਂ ਤੂੰਬੀ ਦਾ ਸਾਜ਼ ਵੀ ਸਾਡੇ ਇਤਿਹਾਸ ਦੇ ਵਿੱਚ ਦੀ ਬਹੁਤ ਵੱਡੀ ਦੇਣ ਹੈ। ਤੰਤੀ ਸਾਜ਼ਾਂ ਦੇ ਨਾਲ ਆਪ ਸੰਗਤਾਂ ਨੂੰ ਇਤਿਹਾਸ ਤੇ ਗੁਰਮਤਿ ਦੇ ਵਿਚਾਰ ਦੇ ਨਾਲ ਜੋੜਨਗੇ। ਹੋਈਆਂ ਤਮਾਮ ਭੁੱਲਾਂ ਦੀ ਖਿਮਾ। ਗੱਜ ਵੱਜ ਕੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।